ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਵਾਂ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਅੱਜ ਦੀ ਸਭ ਤੋਂ ਵੱਡੀ ਖਬਰ ਦੀ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਹੋਰ ਚਿੱਠੀ ਸੋਨੀਆ ਗਾਂਧੀ ਨੂੰ ਲਿਖ ਦਿੱਤੀ ਗਈ ਹੈ, ਜਿਹੜੀ ਚਿੱਠੀ ਬੰਬ ਦੇ ਰੂਪ ਦੇ ਵਜੋਂ ਦੇਖੀ ਜਾ ਰਹੀ ਹੈ। ਇਸ ਚਿੱਠੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ 13 ਨੁਕਾਤੀ ਏਜੰਡਿਆਂ ਦਾ ਜ਼ਿਕਰ ਕੀਤਾ ਗਿਆ ਹੈ। ਹੋਰ ਵੀ ਬਹੁਤ ਕੁਝ ਲਿਖਿਆ ਗਿਆ ਇਸ ਚਿੱਠੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹਾਈ ਕਮਾਨ ਨੂੰ ਸੋਨੀਆ ਗਾਂਧੀ। ਹੁਣ ਇਸ ਤੇ ਸਵਾਲ ਖੜੇ ਹੁੰਦੇ ਨੇ ਕਿ ਇਹ ਆਖਰ ਚਿੱਠੀ ਜਿਹੜੀ ਲਿਖੀ ਗਈ ਹੈ ਇਹ 15 ਤਰੀਕ ਦੀ ਚਿੱਠੀ ਜਿਹੜੀ ਉਹ ਲਿਖੀ ਗਈ ਹੈ ਤੇ 15 ਤਰੀਕ ਨੂੰ ਹੀ ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੋਈ ਸੀ। ਤਾਂ ਫਿਰ ਜੇਕਰ ਉੱਥੇ ਮੁਲਾਕਾਤ ਹੋਈ ਸੀ ਤਾਂ ਫਿਰ ਚਿੱਠੀ ਲਿਖਣ ਦੀ ਲੋੜ ਕੀ ਪੈ ਗਈ? ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਤੇ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਚਿੱਠੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਿਖੀ ਕਿਉਂ ਗਈ ਹੈ ਤੇ ਇਹ ਚਿੱਠੀ ਬਿਆਨ ਕੀ ਕਰਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਚਰਨਜੀਤ ਚੰਨੀ ਜਾਂ ਪੰਜਾਬ ਸਰਕਾਰ ਦੇ ਨਾਲ ਸੰਬੰਧ ਕਿਹੋ ਜਿਹੇ ਤੇ ਅੱਗੋਂ ਜਾ ਕੇ ਇਹ ਚਿੱਠੀ ਦੇ ਰੂਪ ਦੇ ਵਜੋਂ ਇਸ ਪੂਰੇ ਮਾਮਲੇ ਦੇ ਵਿੱਚ ਚਿੱਠੀ ਤੋਂ ਬਾਅਦ ਕੀ ਕੁਝ ਸਮੀਕਰਨ ਬਦਲਣਗੇ ਨਵਜੋਤ ਸਿੰਘ ਸਿੱਧੂ ਦੇ ਸੰਬੰਧੀ ਸਿਆਸਤ ਦੇ ਵਿੱਚ, ਨਾਲ ਹੀ ਨਾਲ ਕਾਂਗਰਸ ਦੀ ਸਿਆਸਤ ਦੇ ਵਿੱਚ ਹਾਈ ਕਮਾਨ ਤੇ ਚਰਨਜੀਤ ਸਿੰਘ ਚੰਨੀ ਦੇ ਸੰਦਰਭ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਮੀਕਰਨ ਬਦਲਣਗੇ, ਇਸ ਪੂਰੇ ਮਾਮਲੇ ਦੇ ਉੱਪਰ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਉੱਘੇ ਰਾਜਨੀਤੀ ਸ਼ਾਸਤਰ ਦੇ ਵਿਦਵਾਨ ਸਾਡੇ ਨਾਲ ਮੌਜੂਦ ਨੇ ਡਾਕਟਰ ਕੁਲਦੀਪ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਸਰ, ਸਵਾਗਤ ਹੈ ਇਸ ਪ੍ਰੋਗਰਾਮ। ਥੈਂਕ ਯੂ ਸੁਵਿੰਦਰ, ਸ਼ੁਕਰੀਆ ਸਰ। ਸਭ ਤੋਂ ਪਹਿਲਾਂ ਤਾਂ ਜਿਹੜੀ ਚਿੱਠੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਿਖੀ ਗਈ ਹੈ, ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਉਹ ਚਿੱਠੀ ਜਿਹੜੀ ਹੈ ਉਹ ਫਲੈਸ਼ ਕੀਤੀ ਜਾਵੇ, ਸਾਡੇ ਦਰਸ਼ਕਾਂ ਨੂੰ ਦਿਖਾਈ ਜਾਵੇ ਕਿ ਉਸ ਚਿੱਠੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀ 13 ਪੁਆਇੰਟ ਜਿਹੜੇ ਆ ਉਹ ਲਿਖੇ ਗਏ। ਉਹ ਵੀ ਤੁਹਾਨੂੰ ਦੱਸਦੇ ਆ, ਹਰ ਇੱਕ ਮੁੱਦਾ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਚੁੱਕਿਆ ਗਿਆ, ਚਾਹੇ ਉਹ ਰੇਤ ਮਾਫੀਆ ਦੇ ਨਾਲ ਹੋਵੇ, ਬੇਅਦਬੀ ਨੂੰ ਲੈ ਕੇ ਹੋਵੇ, ਵੱਖ-ਵੱਖ 13 ਜਿਹੜੇ 18 ਨੁਕਾਤੀ ਏਜੰਡੇ ਸੀ ਉਹਨਾਂ ਦੇ ਵਿੱਚੋਂ 13 ਨੁਕਾਤੀ ਏਜੰਡੇ ਲੈ ਕੇ ਜਿਹੜੇ ਆ ਉਹ ਇਸ ਚਿੱਠੀ ਦੇ ਵਿੱਚ ਉਜਾਗਰ ਕੀਤੇ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਸਰ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਹੋਈ ਹੈ, ਪਹਿਲਾਂ ਤਾਂ ਚਿੱਠੀ ਬਾਰੇ ਦੱਸ ਦਿਓ, ਚਿੱਠੀ ਨੂੰ ਕਿਵੇਂ ਦੇਖਦੇ ਹੋ? ਸੁਖਵਿੰਦਰ, ਜਿੱਥੋਂ ਤੱਕ ਚਿੱਠੀ ਦਾ ਸਵਾਲ ਹੈ, ਜਿਹੜੀ ਚਿੱਠੀ ਤੁਹਾਡੇ ਮੁਤਾਬਕ ਜਾਂ ਜਿਹੜੀ ਇਨਫੋਰਮੇਸ਼ਨ ਸਾਨੂੰ ਮਿਲੀ ਹੈ, ਜਿਹੜੀ ਚਿੱਠੀ ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਜਾਂ ਕਾਂਗਰਸ ਹਾਈ ਕਮਾਨ ਨਾਲ ਮੁਲਾਕਾਤ ਵੇਲੇ ਸੈਂਟਰ ਹਾਈ ਕਮਾਨ ਨੂੰ ਦਿੱਤੀ, ਜਿਹਦੇ ਤੋਂ ਇਹ ਮਤਲਬ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਸੈਂਟਰ ਹਾਈ ਕਮਾਨ ਨੂੰ ਇਹ ਕਹਿਣਾ ਚਾਹੁੰਦੇ ਨੇ ਕਿ ਤੁਸੀਂ ਪੰਜਾਬ ਦੀ ਸਰਕਾਰ ਕੋਲੋਂ ਜਿਹੜੀ ਹੁਣੇ ਨਵੀਂ ਲੀਡਰਸ਼ਿਪ ਹੇਠ ਆਪਾਂ ਕਲੀਅਰ ਕਰ ਦਈਏ, ਜਿਵੇਂ ਤੁਸੀਂ ਗੱਲ ਕਹੀ ਹੈ, ਸਾਡੇ ਦਰਸ਼ਕਾਂ ਨੂੰ ਦੱਸੀ ਹੈ ਗੱਲ, ਇਹ ਗੱਲ ਕਿ ਇੱਥੇ ਕਲੀਅਰ ਕਰ ਦਈਏ ਕਿ ਇਹ ਚਿੱਠੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਨਾ ਤਾਂ ਅੱਜ ਲਿਖੀ ਗਈ ਹੈ ਨਾ ਕੱਲ ਲਿਖੀ ਗਈ ਹੈ। ਇਹ ਚਿੱਠੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਉਦੋਂ ਸਬਮਿਟ ਕੀਤੀ ਗਈ ਹੈ ਜਦੋਂ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨ ਲਈ ਗਏ ਸੀ। ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨ ਲਈ ਜਦੋਂ ਨਵਜੋਤ ਸਿੰਘ ਸਿੱਧੂ ਜਾਂਦੇ ਨੇ, ਇਹ ਚਿੱਠੀ ਲਿਖ ਕੇ ਨਾਲ ਲੈ ਕੇ ਜਾਂਦੇ ਨੇ ਤੇ ਉਸ ਮੀਟਿੰਗ ਦੇ ਦੌਰਾਨ ਇਹ ਚਿੱਠੀ ਜਿਹੜੀ ਹੈ ਇਹ ਸਬਮਿਟ ਕਰਕੇ ਆਉਂਦੇ ਨੇ ਹਾਈ ਕਮਾਨ ਨੂੰ, ਰਾਹੁਲ ਗਾਂਧੀ ਨੂੰ, ਸੋਨੀਆ ਗਾਂਧੀ ਦੇ ਨਾਮ। ਇਹ ਸਾਫ਼ ਹੈ ਕਿ ਨਾ ਤਾਂ ਚਿੱਠੀ ਅੱਜ ਤੇ ਨਾ ਕੱਲ ਲਿਖੀ ਗਈ ਹੈ, ਕਿਉਂਕਿ ਬਹੁਤ ਸਾਰੇ ਦਰਸ਼ਕ ਇਹ ਕਹਿੰਦੇ ਸੀ ਕਿ ਜੇਕਰ 15 ਅਕਤੂਬਰ ਨੂੰ ਮੀਟਿੰਗ ਹੋ ਹੀ ਗਈ ਹੈ ਤਾਂ ਫਿਰ ਚਿੱਠੀ ਲਿਖਣ ਦੀ ਕੀ ਲੋੜ ਪਈ। ਤਾਂ ਉਸੇ ਦਿਨ ਹੀ ਇਹ ਚਿੱਠੀ ਜਿਹੜੀ ਹੈ ਉਹ ਸਬਮਿਟ ਕਰਾ ਕੇ ਆਏ ਸੀ ਜਿਹੜੇ ਨਵਜੋਤ ਸਿੰਘ ਸਿੱਧੂ ਜੀ। ਸਰ ਸੁਰਿੰਦਰ, ਥੋੜਾ ਜਿਹਾ ਸਮਾਂ ਦਿਓ, ਪਹਿਲਾਂ ਤਾਂ ਆਪਾਂ ਜਿਹੜੇ ਚਿੱਠੀ ਦੇ ਕੰਟੈਂਟ ਨੇ ਉਹਦੀ ਗੱਲ ਕਰਾਂਗੇ, ਫਿਰ ਅਸੀਂ ਚਿੱਠੀ ਦੀ ਟਾਈਮਿੰਗ ਦੀ ਵੀ ਗੱਲ ਕਰਾਂਗੇ, ਫਿਰ ਅਸੀਂ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਸਰਕਾਰ ਦੇ ਸੂਬੇ ਦੇ ਮੁੱਖ ਮੰਤਰੀ ਨਾਲ ਡਿਫਰੈਂਸਿਸ ਜਿਹੜੇ ਸਾਡੇ ਸਾਹਮਣੇ ਆ ਰਹੇ ਨੇ ਉਹਦੀ ਵੀ ਗੱਲ ਕਰਾਂਗੇ। ਪਹਿਲੀ ਗੱਲ ਚਿੱਠੀ ਦੀ, ਜਿੱਥੋਂ ਤੱਕ ਚਿੱਠੀ ਦੇ ਅੰਦਰ ਜਿਹੜੇ ਮਸਲੇ ਨਵਜੋਤ ਸਿੰਘ ਸਿੱਧੂ ਨੇ ਉਠਾਏ ਨੇ, ਪੁਆਇੰਟ ਦੱਸ ਦਈਏ ਜੇ ਤੁਸੀਂ ਕਹੋ ਤੇ ਆਪਾਂ ਇੱਕ ਵਾਰੀ ਦਰਸ਼ਕਾਂ ਨੂੰ ਆਪਣਿਆਂ ਨੂੰ, ਕਿਉਂਕਿ ਚਿੱਠੀ ਦੀ ਜਿਹੜੀ ਬਹੁਤ ਜ਼ਿਆਦਾ ਲਿਖੀ ਹੋਈ ਹੈ ਜਿਹਦੇ ਕਰਕੇ ਦਿਖਾਈ ਨਹੀਂ ਦੇ ਰਹੇ, ਇੱਕ ਵਾਰੀ ਮੋਟੇ-ਮੋਟੇ 1 ਮਿੰਟ 'ਚ ਪੁਆਇੰਟ ਦੱਸ ਦੇਣੇ ਆ ਤੇ ਉਹ ਕਿਹੜੇ ਆ, ਫਿਰ ਉਸ ਤੋਂ ਬਾਅਦ ਤੁਸੀਂ ਵਿਸਤਾਰ। ਪਹਿਲਾ ਪੁਆਇੰਟ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਲਿਆ ਗਿਆ ਉਹ ਬੇਅਦਬੀ ਦਾ ਲਿਆ ਗਿਆ, ਬੇਅਦਬੀ ਦਾ ਇਨਸਾਫ ਦੇ ਬਾਰੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੀ ਗਈ ਗੱਲ। ਫਿਰ ਨਸ਼ੇ ਦੇ ਮਾਮਲੇ ਤੇ, ਫਿਰ ਖੇਤੀ, ਫਿਰ ਬਿਜਲੀ ਖਰੀਦ ਸਮਝੌਤਾ 5ਵੇਂ ਨੰਬਰ ਤੇ, 6ਵੇਂ ਨੰਬਰ ਤੇ ਅਨੁਸੂਚਿਤ ਜਾਤੀ ਪਛੜੀ ਜਾਤੀਆਂ ਦੀ ਭਲਾਈ, 7ਵੇਂ ਨੰਬਰ ਤੇ ਰੁਜ਼ਗਾਰ ਦਾ ਮਾਮਲਾ ਲਿਆ ਗਿਆ, 8ਵੇਂ ਨੰਬਰ ਤੇ ਸਿੰਗਲ ਵਿੰਡੋ ਸਿਸਟਮ ਲਿਆ ਗਿਆ, 9ਵੇਂ ਨੰਬਰ ਤੇ ਔਰਤਾਂ ਅਤੇ ਯੁਵਾ ਸ਼ਕਤੀਕਰਨ ਲਿਆ ਗਿਆ, 10ਵੇਂ ਨੰਬਰ ਤੇ ਸ਼ਰਾਬ ਦਾ ਮਾਮਲਾ ਵੀ ਲਿਆ ਗਿਆ, 11ਵੇਂ ਨੰਬਰ ਤੇ ਰੇਤਾ ਖੁਦਾਈ, ਫਿਰ ਆਵਾਜਾਈ ਤੇ ਕੇਬਲ ਮਾਫੀਆ ਨੂੰ ਲਿਆ। ਇਹ 13 ਨੁਕਾਤੀ ਏਜੰਡੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਿਖੇ ਗਏ। ਜੀ ਸਰ, ਦੇਖੋ, ਇਹ ਸਾਰੇ ਮਸਲੇ ਉਹ ਨੇ ਜਿਹੜੇ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਗੂੰਜ ਰਹੇ ਨੇ।
ਰਾਦਰ ਜੇ ਤੁਸੀਂ ਚਿੱਠੀ ਦਾ ਪਹਿਲਾ ਪਹਿਰਾ ਧਿਆਨ ਨਾਲ ਪੜ੍ਹਿਆ ਹੋਵੇ, ਪਹਿਲੇ ਪਹਿਰੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਗੱਲ ਹੀ ਸ਼ੁਰੂ ਕੀਤੀ ਆ ਕਿ ਪਿਛਲੇ 25 ਸਾਲਾਂ ਤੋਂ, ਯਾਨੀ ਕਿ 3 ਵਾਰ ਸਰਕਾਰ ਅਕਾਲੀਆਂ ਦੀ ਰਹੀ, 2 ਟਰਮਾਂ ਕਾਂਗਰਸ ਦੀਆਂ ਪੂਰੀਆਂ ਹੋਣ ਜਾ ਰਹੀਆਂ ਨੇ, 3 ਸਰਕਾਰਾਂ ਅਕਾਲੀ ਤੇ ਬੀਜੇਪੀ ਵਾਲੀਆਂ, 2 ਸਰਕਾਰਾਂ ਕਾਂਗਰਸ ਦੀਆਂ, ਇਹ 5 ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਇਹਨਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ। ਜਿਹੜੇ ਬੇਅਦਬੀ ਦਾ ਮੁੱਦਾ, ਟਰਾਂਸਫਰ ਦਾ ਮੁੱਦਾ, ਡਰੱਗਸ ਦਾ ਮੁੱਦਾ, ਇਹ ਗੱਲਾਂ ਦੀ ਚਰਚਾ ਬਹੁਤ ਹੁੰਦੀ ਰਹੀ ਹੈ। ਹਾਂਜੀ, ਮੈਂ ਤੁਹਾਨੂੰ ਇਹ ਕਹਾਂਗਾ, ਜੇ ਤੁਸੀਂ ਅਸਲ ਵਿੱਚ ਇਸ ਲੈਟਰ ਦਾ ਨਿਚੋੜ ਕੱਢਣ ਦੀ ਕੋਸ਼ਿਸ਼ ਕਰੋ, ਇਹਦਾ ਮੈਸੇਜ ਇਹ ਹੈ ਕਿ ਬਹੁਤੀਆਂ ਸਮੱਸਿਆਵਾਂ, ਚਲੋ ਇਹ ਜਿਹੜੀ ਬੇਅਦਬੀ ਦਾ ਮੁੱਦਾ ਹੈ ਉਹ ਇੱਕ ਹੋਰ ਕਿਸਮ ਦਾ ਮੁੱਦਾ, ਉਹਦੀ ਗੱਲ ਆਪਾਂ ਸੈਪਰੇਟਲੀ ਕਰਾਂਗੇ। ਡਰੱਗਸ ਦੀ ਗੱਲ ਵੀ ਆਪਾਂ ਸੈਪਰੇਟਲੀ ਕਰਾਂਗੇ। ਜਿਹੜੇ ਬਾਕੀ ਸਾਰੇ ਮੁੱਦੇ ਨੇ, ਚਾਹੇ ਉਹ ਬਿਜਲੀ ਦਾ ਸੰਕਟ ਹੋਵੇ, ਚਾਹੇ ਉਹ ਸ਼ਰਾਬ ਮਾਫੀਆ ਦੀ ਗੱਲ ਹੋਵੇ, ਚਾਹੇ ਉਹ ਸੈਂਡ ਮਾਫੀਆ ਦੀ ਗੱਲ ਹੋਵੇ, ਚਾਹੇ ਪੰਜਾਬ ਵਿੱਚ ਰੁਜ਼ਗਾਰ ਦੀ ਗੱਲ ਹੋਵੇ, ਚਾਹੇ ਪੰਜਾਬ ਦੇ ਟੀਚਰਾਂ ਤੇ ਮੁਲਾਜ਼ਮਾਂ ਨੂੰ 3 ਸਾਲ ਦੇ ਪ੍ਰੋਬੇਸ਼ਨ ਤੇ ਰੱਖ ਕੇ ਥੋੜੀ ਤਨਖਾਹ ਤੇ ਕੰਮ ਕਰਾਉਣ ਦੀ ਗੱਲ ਹੋਵੇ, ਚਾਹੇ ਪੰਜਾਬ ਵਿੱਚ ਐਮਪਲੋਇਮੈਂਟ ਜਿਹੜੀ ਹੈ ਉਹ ਨਹੀਂ ਦਿੱਤੀ ਗਈ, ਲੋਕਾਂ ਨੂੰ ਰੁਜ਼ਗਾਰ ਦੇ ਮੁਹੱਈਆ ਨਹੀਂ ਕਰਵਾਏ, ਇਹ ਸਾਰੀਆਂ ਗੱਲਾਂ ਦਾ ਸੰਬੰਧ ਸੂਬੇ ਦੀ ਜਿਹੜੀ ਵਿੱਤੀ ਹਾਲਾਤ ਹੈ ਉਹਦੇ ਨਾਲ ਹੈ, ਜਿਹਦਾ ਮਤਲਬ ਇਹ ਹੋਇਆ ਕਿ ਪਿਛਲੇ 25 ਸਾਲਾਂ ਵਿੱਚ ਪੰਜਾਬ ਦੀ ਆਰਥਿਕ ਹਾਲਤ ਸੁਧਰਨ ਦੀ ਬਜਾਏ ਵਿਗੜੀ ਆ, ਜਿਹੜਾ ਕਿ ਸੱਚ ਹੈ। ਪੰਜਾਬ ਨੇ ਜਿਸ ਕਿਸਮ ਦਾ ਕਰਜ਼ਾ ਪੰਜਾਬ ਸਿਰ ਪਿਛਲੇ 25 ਸਾਲਾਂ ਤੋਂ ਚੜ੍ਹਿਆ, ਉਹ ਲਗਾਤਾਰ ਕਰਜ਼ਾ ਵੱਧਦਾ ਜਾ ਰਿਹਾ ਹੈ। ਤੇ ਇਹ ਗੱਲਾਂ ਰੋਜ਼ ਹੁੰਦੀਆਂ ਰਹਿੰਦੀਆਂ ਨੇ ਕਿ ਇਹ ਸਰਕਾਰ ਨੂੰ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਉਹਨਾਂ ਨੂੰ, ਜਿਹਦੇ ਵਿੱਚ ਕੁਝ ਪੈਸਾ ਸੈਂਟਰ ਕੰਟਰੀਬਿਊਟ ਕਰਦਾ ਹੈ, ਕੁਝ ਪੈਸਾ ਸੂਬੇ ਦੀ ਸਰਕਾਰ ਕੰਟਰੀਬਿਊਟ ਕਰਦੀ ਹੈ, 60-40 ਸੈਂਟਰ ਦੀਆਂ ਸਕੀਮਾਂ ਅਵੇਲ ਕਰਨ ਲਈ ਵੀ ਸਰਕਾਰ ਨੂੰ ਕਰਜ਼ਾ ਲੈਣਾ ਪੈਂਦਾ ਹੈ। ਸੋ ਕਰਜ਼ੇ ਨੂੰ ਉਤਾਰਨ ਲਈ ਕਰਜ਼ਾ ਲੈਣਾ ਪੈਂਦਾ, ਜਿਹੜੀਆਂ ਥੋੜ੍ਹੀਆਂ ਬਹੁਤੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹਨੂੰ ਜਾਰੀ ਰੱਖਣ ਲਈ ਕਰਜ਼ਾ ਲੈਣਾ ਪੈਂਦਾ। ਇਸੇ ਕਰਜ਼ੇ ਕਰਕੇ ਪੰਜਾਬ ਦਾ ਹਰ ਵਰਗ, ਹਰ ਮੁਲਾਜ਼ਮ ਵਰਗ, ਚਾਹੇ ਉਹ ਯੂਨੀਵਰਸਿਟੀਆਂ ਦੇ ਅਧਿਆਪਕ ਹੋਣ, ਚਾਹੇ ਸਕੂਲਾਂ ਦੇ ਅਧਿਆਪਕ ਹੋਣ, ਚਾਹੇ ਹੈਲਥ ਵਰਕਰਜ਼ ਹੋਣ, ਚਾਹੇ ਟਰਾਂਸਪੋਰਟ ਮਹਿਕਮੇ 'ਚ ਹੋਣ, ਚਾਹੇ ਆਂਗਨਵਾੜੀ ਵਰਕਰ ਹੋਣ, ਹਰ ਪੰਜਾਬ ਦਾ ਹਰ ਮੁਲਾਜ਼ਮ ਵਰਗ ਸਰਕਾਰ ਦੇ ਖਿਲਾਫ ਐਜੀਟੇਟ ਕਰ ਰਿਹਾ ਹੈ। ਬਹੁਤੀਆਂ ਮੰਗਾਂ, ਜਾਇਜ਼ ਮੰਗਾਂ ਮੁਲਾਜ਼ਮਾਂ ਦੀਆਂ ਨਹੀਂ ਪੂਰੀਆਂ ਕੀਤੀਆਂ ਗਈਆਂ ਕਿਉਂਕਿ ਸਰਕਾਰ ਕੋਲ ਪੈਸਾ ਹੈ ਨਹੀਂਗਾ। ਮੇਰੇ ਕਹਿਣ ਦਾ ਮਤਲਬ ਇਹਦਾ ਮਤਲਬ ਇਹੀ ਹੈ, ਇਹ ਚਿੱਠੀ ਇਸੇ ਕਰਕੇ ਫਿਰ ਲਿਖੀ ਗਈ ਹੈ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਰ ਨਹੀਂ ਪਾ ਰਹੀ ਸਰਕਾਰ। ਬੇਸ਼ੱਕ ਉਹੀ ਗੱਲ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਨਾਕਾਮੀਆਂ ਗਣਾ ਕੇ ਇਹ ਸਰਕਾਰ ਜਿਹੜੀ ਹੈ ਸੱਤਾ ਦੇ ਵਿੱਚ ਆਈ, ਤਾਂ ਚਾਹੇ ਉਹ 3 ਮਹੀਨਿਆਂ ਦੇ ਲਈ ਆਈ। ਇਹ ਗੱਲ ਹੈ ਨਹੀਂ ਕਿ ਵੱਖ-ਵੱਖ ਜਿਹੜੇ ਮੰਤਰੀ, ਚਾਹੇ ਗ੍ਰਹਿ ਮੰਤਰੀ ਹੋਵੇ ਤੇ ਚਾਹੇ ਹੁਣ ਮੁੱਖ ਮੰਤਰੀ ਹੋਣ, ਕਿਉਂਕਿ ਇਹ ਗੱਲ ਇਹਨਾਂ ਵਾਸਤੇ ਇਹ ਨਹੀਂ ਕਿ ਇਹ ਮੁੱਦੇ ਇਹਨਾਂ ਦੇ ਨਵੇਂ ਆ, ਕਿਉਂਕਿ ਸਰਕਾਰ ਦੇ ਵਿੱਚ ਇਹ ਰਹੇ ਆ। ਇਹ ਮੁੱਦੇ ਜਿਹੜੇ ਤੁਸੀਂ ਕਹਿ ਰਹੇ ਹੋ ਜਾਂ ਚਿੱਠੀ ਦੇ ਵਿੱਚ ਲਿਖੇ ਗਿਆ, ਇਹ ਪੂਰੇ ਸਰਕਾਰ ਨਹੀਂ ਸੀ ਕਰ ਪਾ ਰਹੀ। ਇਸੇ ਕਰਕੇ ਹੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਚਿੱਠੀ ਲਿਖੀ। ਔਰ ਦੂਜੇ ਪਾਸੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਚਿੱਠੀ ਲਿਖ ਕੇ ਸੋਨੀਆ ਗਾਂਧੀ ਨੂੰ ਇਹ ਦੱਸਿਆ ਜਾਂਦਾ ਕਿ ਭਾਈ ਇਹ ਤੁਸੀਂ ਬੌਧਿਕ ਸੋਧ ਦਿਓ, ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਨੇ ਲਿਖੀ ਗਈ ਹੈ ਕਿ ਇਹਨਾਂ ਮੁੱਦਿਆਂ ਦੇ ਉੱਪਰ ਤੁਸੀਂ ਪੰਜਾਬ ਸਰਕਾਰ ਨੂੰ ਬੌਧਿਕ ਸੇਧ ਦੇਵੋ ਤੇ ਇਹਨਾਂ ਮੁੱਦਿਆਂ ਨੂੰ ਹੱਲ ਕਰਵਾਓ, ਤਾਂ ਇਹਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਯਾਨੀ ਕਿ ਸੰਗਠਨ ਦਾ ਤੇ ਸਰਕਾਰ ਦਾ ਆਪਸ ਦੇ ਵਿੱਚ ਤਾਲਮੇਲ ਨਹੀਂ ਹੈ, ਤੇ ਨਾਲ ਹੀ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਆਪਸੀ ਤਾਲਮੇਲ ਨਹੀਂ ਹੈ ਤੇ ਰਿਸ਼ਤੇ ਸੁਖਾਵੇਂ ਨਹੀਂ ਹੈ। ਨਹੀਂ, ਜਿਹੜੀ ਗੱਲ ਤੁਸੀਂ ਰੇਜ਼ ਕਰ ਰਹੇ ਹੋ ਇਹਦੇ ਤੇ ਮੈਂ ਆਉਣਾ, ਪਰ ਅਜੇ ਮੈਂ ਪਹਿਲੀ ਗੱਲ ਪੂਰੀ ਕਰਨੀ ਹੈ। ਮੈਂ ਤੁਹਾਨੂੰ ਇਹ ਕਹਿ ਰਿਹਾ ਸੀਗਾ ਕਿ ਪੰਜਾਬ ਦੇ ਸਾਧਨ ਘੱਟ ਨੇ, ਪੰਜਾਬ ਦੇ ਵਿੱਤੀ ਸਾਧਨਾ ਕਰਕੇ ਪੰਜਾਬ ਹਰ ਪਾਸੇ ਸਫ਼ਰ ਕਰ ਰਿਹਾ ਹੈ, ਵਿਦਿਅਕ ਖੇਤਰ ਵਿੱਚ ਸਫ਼ਰ ਕਰ ਰਿਹਾ ਹੈ, ਹੈਲਥ ਦੇ ਕੰਟੈਕਸ ਵਿੱਚ ਸਫ਼ਰ ਕਰ ਰਿਹਾ, ਇੰਪਲਾਇਮੈਂਟ ਜਨਰੇਟ ਨਹੀਂ ਕੀਤੀ ਜਾ ਰਹੀ, ਸਕੀਮਾਂ ਦਾ ਫਾਇਦਾ ਨਹੀਂ ਲਿਆ ਜਾ ਰਿਹਾ, ਨਵੀਆਂ ਸਕੀਮਾਂ ਸ਼ੁਰੂ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਪੰਜਾਬ ਕਰਜ਼ੇ ਹੇਠ ਦੱਬਿਆ ਹੋਇਆ ਹੈ। ਪੰਜਾਬ ਦੀ ਆਮਦਨ ਦਾ ਬਹੁਤਾ ਹਿੱਸਾ ਕਰਜ਼ਾ ਲਾਉਣ ਲਈ ਜੁਟਲਾਈ। ਇਸ ਕਰਕੇ ਬਹੁਤ ਵੱਡੀ ਸਮੇਂ ਦੀ ਲੋੜ ਕੀ ਹੈ ਕਿ ਪੰਜਾਬ ਦਾ ਵਿੱਤੀ ਸੰਕਟ ਹੱਲ ਕਰਕੇ ਪੰਜਾਬ ਦੇ ਅੰਦਰ ਪੰਜਾਬ ਦੀ ਇਨਕਮ ਵਧਾਈ ਜਾਵੇ। ਇਸੇ ਕਰਕੇ ਮੈਂ ਕਹਿ ਰਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਇਸ ਚਿੱਠੀ ਵਿੱਚ ਪਹਿਲਾ ਪੁਆਇੰਟ ਜਿਹੜਾ ਰੇਜ਼ ਕਰਦਾ ਹੈ ਉਹ ਜਿਹੜਾ ਹੈ ਉਹਦਾ ਸੰਬੰਧ ਹੈਗਾ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣ ਨਾਲ। ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਦੇ ਖਾਤੇ ਵਿੱਚ
ਪੈਂਦੀ ਰਹਿੰਦੀ ਹੈ ਕਿ ਜਦੋਂ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਚ ਸਿੱਧੂ ਨੇ ਇਹ ਗੱਲ ਰੇਜ਼ ਕੀਤੀ ਕਿ ਪੰਜਾਬ ਵਿੱਚ ਜੇ ਪੰਜਾਬ ਦੀ ਇਨਕਮ ਵਧਾਉਣੀ ਹੈ ਉਹਦੇ ਚ ਇੱਕ ਚੀਜ਼ ਜਿਹੜੀ ਪਹਿਲੀ ਚੀਜ਼ ਕਰਨੀ ਬਣਦੀ ਹੈ ਕਿ ਪੰਜਾਬ ਦੀ ਸਰਕਾਰ ਸ਼ਰਾਬ ਦੀ ਕਾਰਪੋਰੇਸ਼ਨ ਬਣਾਵੇ। ਇਹ ਸੱਚ ਹੈ ਵੈਸੇ ਸੁਖਵਿੰਦਰ, ਚਾਹੇ ਸ਼ਰਾਬ ਦਾ ਧੰਦਾ ਹੋਵੇ ਚਾਹੇ ਟਰਾਂਸਪੋਰਟ ਦਾ ਧੰਦਾ ਹੋਵੇ, ਉਹਦੇ ਵਿੱਚ ਚਾਹੇ ਉਹ ਰੇਤੇ ਦਾ ਜਿਹੜੀ ਕਲਾਸ, ਜਿਹੜੀ ਰਾਜਨੀਤਿਕ ਕਲਾਸ ਇਹਦੇ ਵਿੱਚ ਸ਼ਾਮਲ ਹੈ ਜੀ, ਉਹ ਦੋਨਾਂ ਪਾਰਟੀਆਂ ਦੀ ਇੱਕੋ ਹੀ ਹੈ। ਪੰਜਾਬ ਦਾ ਜਿਹੜਾ ਅਮੀਰ ਵਰਗ ਹੈ, ਪੰਜਾਬ ਦੀ ਜਿਹੜੀ ਮਤਲਬ ਵੱਡੀ ਪੀਜੈਂਟਰੀ ਦੀ ਕਲਾਸ ਹੈ, ਵੱਡੇ ਟਰਾਂਸਪੋਰਟਰ ਨੇ, ਉਹੀ ਪੰਜਾਬ ਦੇ ਅੰਦਰ ਵੱਡੇ ਸ਼ਰਾਬ ਦੇ ਠੇਕੇ। ਸੋ ਚਾਹੇ ਪੰਜਾਬ ਦੀ ਐਕਸਾਈਜ਼ ਲਿਕਰ ਦੀ ਗੱਲ ਹੋਵੇ, ਚਾਹੇ ਰੇਤੇ ਦੀ ਗੱਲ ਹੋਵੇ, ਚਾਹੇ ਟਰਾਂਸਪੋਰਟ ਦੀ ਗੱਲ ਹੋਵੇ, ਇਹ ਸਾਰੇ ਮਾਫੀਆ। ਇਹਦਾ ਮਤਲਬ ਇਹ ਹੋਇਆ ਕਿ ਦੋਨਾਂ ਪਾਰਟੀਆਂ ਵਿੱਚ ਇੱਕ ਕਲਾਸ ਪੈਦਾ ਹੋ ਗਈ ਆ ਜਿਹੜਾ ਇਹਨਾਂ ਧੰਦਿਆਂ ਨੂੰ ਆਪਣੇ ਲਾਹੇ ਲਈ ਯੂਜ਼ ਕਰਦਾ ਹੈ। ਸੋ ਇਸ ਕਰਕੇ ਗੱਲ ਇਹ ਰੇਜ਼ ਕੀਤੀ ਗਈ ਸੀ ਕਿ ਜੇਕਰ ਇਹ ਇਨਕਮ ਜਿਹੜੀ ਲੋਕਾਂ ਦੀ ਇਨਕਮ ਬਣ ਗਈ ਹੈ, ਜੇਕਰ ਇਸ ਇਨਕਮ ਨੂੰ ਸਰਕਾਰ ਦੀ ਇਨਕਮ ਬਣਾਉਣਾ ਹੈ, ਜਿਹੜਾ ਕਿ ਜ਼ਰੂਰੀ ਹੈ, ਕਿਉਂਕਿ ਜੇ ਇਹ ਇਨਕਮ ਸਰਕਾਰ ਦੀ ਇਨਕਮ ਨਹੀਂ ਬਣੇਗੀ ਫਿਰ ਸਰਕਾਰ ਲੋਕ ਭਲਾਈ ਦੇ ਕੰਮ ਨਹੀਂ ਕਰ ਸਕਦੀ। ਸੋ ਇਹ ਗੱਲਾਂ ਨਵਜੋਤ ਸਿੰਘ ਸਿੱਧੂ ਬਾਕੀ ਰੇਜ਼ ਕਰਦੇ ਰਹੇ। ਸਾਡੇ ਵਿਦਵਾਨ, ਰਾਜਨੀਤੀ ਸ਼ਾਸਤਰ ਦੇ ਵਿਦਵਾਨ, ਪੋਲੀਟੀਕਲ ਸਾਇੰਸ ਦੇ ਵਿਦਵਾਨ, ਸੋਸ਼ੀਓਲੋਜੀ ਦੇ ਬੰਦੇ ਇਹ ਗੱਲਾਂ ਸਮੇਂ-ਸਮੇਂ ਸਿਰ ਰੇਜ਼ ਕਰਦੇ ਰਹੇ। ਹੁਣ ਸਵਾਲ ਹੈ ਕਿ ਜਿਹੜਾ ਤੁਸੀਂ ਪੁਆਇੰਟ ਰੇਜ਼ ਕਰਦੇ ਹੋ, ਇਹ ਵੀ ਗੱਲ ਸੱਚ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਇਆ ਗਿਆ, ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਗਈ, ਇਹ ਗੱਲ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਇਹ 2017 ਵਾਲੇ ਵਾਅਦੇ ਸੀ, ਜਿੱਥੇ ਸਰਕਾਰ ਦੀ ਲੋਕਾਂ ਦੀ ਇਨਕਮ ਨੂੰ ਸਰਕਾਰ ਦੀ ਇਨਕਮ ਵਿੱਚ ਕਨਵਰਟ ਕਰਨਾ ਬਣਦਾ ਸੀ, ਉਹ ਗੱਲ ਪੂਰੀ ਨਹੀਂ ਹੋਈ। ਜਾਣੀ ਕਿ ਪੰਜਾਬ ਵਿੱਚ ਮੁੱਖ ਮੰਤਰੀ ਬਦਲਣ ਤੋਂ ਬਾਅਦ ਇਹ ਆਸ ਪੈਦਾ ਹੋਈ ਕਿ ਹੁਣ ਪੰਜਾਬ ਦੀ ਸਰਕਾਰ ਉਸ ਪਾਸੇ ਤੁਰੇਗੀ। ਕਿਹੜੇ ਪਾਸੇ ਤੁਰੇਗੀ ਕਿ ਜਿਹੜੀ ਸ਼ਰਾਬ ਤੋਂ ਇਨਕਮ ਲੋਕਾਂ ਦੀ ਹੈ ਉਹ ਸਰਕਾਰ ਦੀ ਇਨਕਮ ਬਣੇ, ਜਿਹੜੀ ਇਨਕਮ ਰੇਤੇ ਤੋਂ ਲੋਕਾਂ ਦੀ ਹੈ ਉਹ ਸਰਕਾਰ ਦੀ ਇਨਕਮ ਬਣੇ, ਜਿਹੜੀ ਇਨਕਮ ਟਰਾਂਸਪੋਰਟ ਵਿੱਚ ਘਪਲੇ ਕਰਕੇ ਲੋਕਾਂ ਦੀ ਹੈ ਉਹ ਸਰਕਾਰ ਦੀ ਇਨਕਮ ਬਣੇ। ਪਰ ਸਵਾਲ ਹੁਣ ਇਹ ਹੈ ਕਿ ਸਰਕਾਰ ਇਸ ਪਾਸੇ ਤੁਰੀ? ਘੱਟੋ ਘੱਟ ਜੇ ਨਵਜੋਤ ਸਿੰਘ ਸਿੱਧੂ ਦੀ ਚਿੱਠੀ ਨੂੰ ਦਾ ਕੋਈ ਮੀਨਿੰਗ ਕੱਢਿਆ ਜਾਵੇ, ਇਹਦਾ ਮਤਲਬ ਇਹ ਹੋਇਆ 20 ਸਤੰਬਰ ਨੂੰ ਨਵੀਂ ਸਰਕਾਰ ਬਣਦੀ ਹੈ, ਉਸ ਤੋਂ 7-8 ਦਿਨ ਬਾਅਦ ਨਵਜੋਤ ਸਿੰਘ ਸਿੱਧੂ ਆਪਣਾ ਕਾਂਗਰਸੀ ਪ੍ਰਧਾਨ ਤੋਂ ਅਸਤੀਫਾ ਦੇ ਦਿੰਦੇ ਨੇ, ਹੈ ਜੀ। 15 ਅਕਤੂਬਰ ਨੂੰ ਸੈਂਟਰ ਹਾਈ ਕਮਾਂਡ ਨੂੰ ਮਿਲ ਜਾਂਦੇ ਨੇ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਜੀ ਉਹਨਾਂ ਨੇ ਅਸਤੀਫਾ ਵਾਪਸ ਲੈ ਲਿਆ। ਅਸਤੀਫਾ ਵਾਪਸ ਲੈ ਕੇ ਗੱਲ ਸੈਟਲ ਹੋਈ ਨਹੀਂ, ਹੈ ਜੀ। ਅਜੇ ਲੋਕਾਂ ਨੇ ਇਸ ਗੱਲ ਨਾਲ ਰੀਕਨਸਾਈਲ ਵੀ ਨਹੀਂ ਕੀਤਾ ਕਿ ਵਾਕਿਆ ਹੀ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ, ਹੁਣ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲ ਕੇ ਕੰਮ ਕਰਨਗੇ। ਆ ਚਿੱਠੀ ਆ ਗਈ। ਇਹਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਜਿਸ ਕਿਸਮ ਦੀ ਅੰਡਰਸਟੈਂਡਿੰਗ, ਜਿਸ ਕਿਸਮ ਦੀ ਕੋਆਰਡੀਨੇਸ਼ਨ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦੇ ਦਰਮਿਆਨ ਹੋਣੀ ਚਾਹੀਦੀ ਹੈ, ਉਹ ਨਹੀਂ ਪੈਦਾ ਹੋਈ। ਹੁਣ ਇਹਦਾ ਮਤਲਬ ਇਹ ਹੋਇਆ ਕਿ ਜੀ ਨਵਜੋਤ ਸਿੰਘ ਸਿੱਧੂ ਬਤੌਰ ਪਾਰਟੀ ਪ੍ਰਧਾਨ ਪਹਿਲਾਂ ਤਾਂ ਇਹ ਮੁੱਦੇ ਸੈਂਟਰ ਹਾਈ ਕਮਾਂਡ ਕੋਲ ਰੇਜ਼ ਕਰਨਗੇ, ਫਿਰ ਸੈਂਟਰ ਹਾਈ ਕਮਾਂਡ ਇਹ ਮੁੱਦੇ ਪੰਜਾਬ ਦੀ ਸਰਕਾਰ ਕੋਲੋਂ, ਪੰਜਾਬ ਦੇ ਮੁੱਖ ਮੰਤਰੀ ਕੋਲੋਂ ਪੂਰੀ ਕਰਵਾਏਗੀ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਤਾਂ ਉਦੋਂ ਇੱਕ ਤਾਲਮੇਲ ਕਮੇਟੀ ਬਣਾਈ ਗਈ ਸੀਗੀ। ਕਹਿੰਦੇ ਸੀਗੇ ਕਿ ਸੰਗਠਨ ਤੇ ਸਰਕਾਰ ਦੇ ਵਿਚਾਲੇ ਇਹ ਤਾਲਮੇਲ ਕਮੇਟੀ ਜਿਹੜੀ ਹੈ ਉਹ ਤਾਲਮੇਲ ਬਿਠਾਏਗੀ, ਤਾਂ ਉਹਦੀ ਇੱਕ ਵੀ ਮੀਟਿੰਗ ਨਹੀਂ ਹੋ ਪਾਈ। ਉਹਦੇ ਵਿੱਚ ਸਿੱਟੇ ਵਜੋਂ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇ ਕੇ ਚਲੋ ਫਿਰ ਨਵੀਂ ਸਰਕਾਰ ਬਣ ਗਈ, ਫਿਰ ਨਵੀਂ ਕਮੇਟੀ ਦੀ ਗੱਲਬਾਤ ਕੀਤੀ ਗਈ, ਤਾਂ ਫਿਰ ਗੱਲ ਪ੍ਰਣਾਲਾ ਉੱਥੇ ਦੀ ਉੱਥੇ ਹੀ ਹੈ। ਬੇਸ਼ੱਕ ਤਾਲਮੇਲ ਕਮੇਟੀਆਂ ਦੀ ਗੱਲ ਕੀਤੀ ਜਾ ਰਹੀ ਹੈ, ਪਰ ਤਾਲਮੇਲ ਆਪਸ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ। ਉਹ ਸੁਖਵਿੰਦਰ ਕਮੇਟੀਆਂ ਨਾ ਬਹੁਤੀ ਵਾਰ ਗੋਂਗਲੂਆਂ ਤੋਂ ਮਿੱਟੀ ਝਾੜਨ ਲਈ ਹੁੰਦੀਆਂ ਨੇ। ਬਣਦਾ ਇਹ ਸੀ ਕਿ ਸਿੱਧੂ ਐਜ਼ ਪਾਰਟੀ ਪ੍ਰੈਜ਼ੀਡੈਂਟ ਜਾਂ ਤਾਂ ਫਿਰ ਇਹ ਮਤਲਬ ਹੋਇਆ ਨਾ ਕਿ ਨਵਜੋਤ ਸਿੰਘ ਸਿੱਧੂ ਨੇ ਇਹ ਕਨਕਲੂਡ ਕਰ ਲਿਆ ਕਿ ਜਿਹੜੀ ਟੀਮ ਪੰਜਾਬ ਵਿੱਚ ਆਈ ਹੈ, ਚਾਹੇ ਉਹ ਮੰਤਰੀਆਂ ਦੀ ਹੋਵੇ ਚਾਹੇ ਬਿਊਰੋਕ੍ਰੇਸੀ ਦੀ ਹੋਵੇ, ਉਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਇਹਨਾਂ ਮੁੱਦਿਆਂ ਤੇ ਪਹਿਰਾ ਨਹੀਂ ਦਿੱਤਾ ਜਾ ਸਕਦਾ, ਜਾਂ ਤਾਂ ਉਹਨਾਂ ਨੇ ਇਹ ਕਨਕਲੂਡ ਕਰ ਲਿਆ। ਜੇ ਫਾਰ ਐਗਜ਼ਾਮਪਲ ਨਵੀਂ ਟੀਮ ਵਿੱਚ ਉਹਨਾਂ ਨੂੰ ਵਿਸ਼ਵਾਸ ਸੀਗਾ ਤੇ ਫਿਰ ਇੱਕ ਹਫ਼ਤੇ ਬਾਅਦ ਅਸਤੀਫਾ ਦੇਣਾ, ਉਸ ਤੋਂ ਕੁਝ ਦਿਨ ਬਾਅਦ ਕਾਂਗਰਸ ਹਾਈ ਕਮਾਂਡ ਨੂੰ ਇਸ ਕਿਸਮ ਦੀ ਚਿੱਠੀ ਦੇਣਾ, ਇਹ ਤਾਂ ਕੁਝ ਹੋਰ ਇੰਡੀਕੇਟ ਕਰਦਾ।
ਕੀ ਇਰਾਦੇ ਨੇ ਨਵਜੋਤ ਸਿੰਘ ਸਿੱਧੂ ਦੇ, ਉਹਨਾਂ ਨੂੰ ਪਤਾ ਹੋਏਗਾ। ਐਡੀ ਜਲਦੀ ਜਿਹੜੇ ਮੁੱਦੇ ਪਿਛਲੇ 25 ਸਾਲਾਂ ਦੇ ਟਾਈਮ ਸਪੈਨ ਤੇ ਆਪਣੇ ਸਪਰੈਡ ਹੋਏ ਨੇ, ਉਹ ਉਹਨਾਂ ਮੁੱਦਿਆਂ ਨੂੰ ਸੋਲਵ ਕਰਨ ਲਈ 25 ਦਿਨ ਵੀ ਤੁਸੀਂ ਸਰਕਾਰ ਨੂੰ ਨਹੀਂ ਦਿੱਤੇ। ਮੈਨੂੰ ਨਹੀਂ ਪਤਾ ਸਰਕਾਰ ਨੇ ਕੀ ਕਰਨਾ, ਪਰ ਮੈਂ ਰੀਅਲਿਸਟਿਕਲੀ ਇਹ ਕਹਿ ਰਿਹਾ ਕਿ ਨਵਾਂ ਪਾਰਟੀ ਪ੍ਰਧਾਨ ਬਣਿਆ, ਨਵਾਂ ਸੂਬੇ ਦਾ ਮੁੱਖ ਮੰਤਰੀ ਬਣਿਆ, ਕੁਝ ਮੰਤਰੀਆਂ ਨੇ ਨਵੇਂ ਕਿਸਮ ਦੀ ਪਰਫਾਰਮੈਂਸ ਦੇ ਸੰਕੇਤ ਵੀ ਦਿੱਤੇ, ਜਿਵੇਂ ਟਰਾਂਸਪੋਰਟ ਮੰਤਰੀ ਦੀ ਆਪਾਂ ਕੱਲ ਗੱਲ ਕੀਤੀ ਸੀ। ਈਵਨ ਹੋਮ ਮਿਨਿਸਟਰ ਇੱਕ ਨਵੀਂ ਕਿਸਮ ਦੀ ਆਪਣੀ ਛਾਪ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਤੇ ਛੱਡ ਰਹੇ ਨੇ, ਹੈ ਜੀ। ਤੇ ਪ੍ਰਗਟ ਸਿੰਘ ਉਹਨਾਂ ਦੀ ਗੱਲ ਕੀਤੀ ਸੀ। ਸੋ ਇਹ ਜਿਹੜੀ ਇਹਨਾਂ ਦਿਨਾਂ ਵਿੱਚ ਇੰਨੀ ਜਿਹੜੀ ਇੰਡੀਕੇਸ਼ਨ ਮਿਲ ਗਈ ਸੀ, ਇਹ ਅੱਛਾ ਫਿਰ ਮੁੱਖ ਮੰਤਰੀ ਦੀ ਕਾਰਜਸ਼ੈਲੀ ਦੀ ਗੱਲ ਆਪਾਂ ਕੀਤੀ ਸੀ ਕਿ ਅਲੱਗ ਕਿਸਮ ਦੀ ਕਾਰਜਸ਼ੈਲੀ ਦੀ ਛਾਪ ਮੁੱਖ ਮੰਤਰੀ ਛੱਡ ਰਹੇ ਨੇ। ਸੋ ਇਹ ਚੀਜ਼ਾਂ ਸ਼ੁਰੂਆਤੀ ਦੌਰ ਵਿੱਚ ਕਾਫੀ ਸੀਗੀਆਂ। ਪਰ ਜਿਸ ਤਰੀਕੇ ਸ਼ਾਇਦ ਨਵਜੋਤ ਸਿੰਘ ਸਿੱਧੂ ਇਹ ਵੀ ਸੋਚਦੇ ਹੋਣ, ਕਿਉਂਕਿ ਜਿਹੜੇ ਪਹਿਲਾਂ 18 ਨੁਕਾਤੀ ਏਜੰਡਿਆਂ ਦੇ ਵਿੱਚੋਂ 5 ਨੁਕਾਤੀ ਏਜੰਡੇ ਜਿਹੜੇ ਕੱਢ ਕੇ ਦਿੱਤੇ ਸੀਗੇ, ਉਹਨਾਂ ਦੇ ਵਿੱਚੋਂ ਇੱਕ ਤਾਂ ਜਿਹੜਾ ਸਭ ਤੋਂ ਪਹਿਲਾ ਪੁਆਇੰਟ ਅੱਜ ਦੇ ਪੁਆਇੰਟਾਂ ਦੇ ਵਿੱਚ ਵੀ ਉਹਨਾਂ ਨੇ ਬੇਅਦਬੀ ਮਾਮਲੇ ਤੇ ਵੀ ਲਿਖਿਆ, ਤੇ ਨਸ਼ੇ ਨੂੰ ਜਿਹੜੇ ਐਸਟੀਐਫ ਰਿਪੋਰਟ ਨੂੰ ਵੀ ਲੈ ਕੇ ਲਿਖਿਆ, ਤੇ ਨਾਲ ਹੀ ਨਾਲ ਜਿਹੜੇ ਪੀਪੀਏ ਸਮਝੌਤੇ ਆ ਉਹਨਾਂ ਨੂੰ ਲੈ ਕੇ ਉਹਨਾਂ ਤੇ ਕੋਈ ਕਾਰਵਾਈ ਹੁੰਦੀ ਦਿਖਾਈ ਨਹੀਂ ਦਿੰਦੀ। ਇਹਦੇ ਕਰਕੇ ਵੀ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਖਾਸੇ ਨਾਰਾਜ਼ ਨਹੀਂ। ਉਹਦੇ ਚ ਵੀ ਨਾ ਦੇਖੋ ਕਾਰਵਾਈ ਸੁਵਿੰਦਰ, ਇੱਕ ਤਾਂ ਹੈਗਾ ਨਾ ਜਿਹੜੀਆਂ ਤੁਸੀਂ ਪੋਲੀਟੀਕਲ ਸਟੇਟਮੈਂਟਸ ਨੇ, ਇੱਕ ਹੈਗੀ ਆ ਮੁੱਦਿਆਂ ਦੀ ਕਾਨੂੰਨ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਪੈਰਵਾਈ ਕਰਨਾ। ਤੁਸੀਂ ਜੋ ਮਰਜ਼ੀ ਬੇਅਦਬੀ ਦੇ ਮੁੱਦੇ ਤੇ ਕਰੋ, ਵੱਧ ਤੋਂ ਵੱਧ ਸਰਕਾਰ ਕੀ ਕਰ ਸਕਦੀ ਹੈ? ਸਰਕਾਰ ਸਿੱਟ ਬਣਾ ਕੇ ਇਨਵੈਸਟੀਗੇਸ਼ਨ ਕਰਵਾਏਗੀ, ਇਨਵੈਸਟੀਗੇਸ਼ਨ ਕਰਾ ਕੇ ਉਹਦੇ ਆਧਾਰ ਤੇ ਚਲਾਨ ਫਾਈਲ ਕਰੇਗੀ, ਸਜ਼ਾ ਤੇ ਮੁੜ ਕੇ ਕੋਰਟ ਨੇ ਦੇਣੀ ਹੈ। ਇਹਦਾ ਤਾਂ ਮਤਲਬ ਇਹ ਬਣਦਾ ਹੈ ਵੀ ਫਿਰ ਜਿਹੜੀ ਸਿੱਟ ਬਣੀ ਉਹਦੇ ਤੇ ਨਵਜੋਤ ਸਿੰਘ ਸਿੱਧੂ ਨੂੰ ਇਤਬਾਰ ਨਹੀਂ ਹੈਗਾ, ਜਿਹੜੇ ਏਜੀ ਲੱਗੇ ਉਹਦੇ ਤੇ ਨਵਜੋਤ ਸਿੰਘ ਸਿੱਧੂ ਨੂੰ ਇਤਬਾਰ ਨਹੀਂ ਹੈਗਾ, ਜਿਹੜੇ ਡੀਜੀਪੀ ਹੇਡ ਪੰਜਾਬ ਦੀ ਪੁਲਿਸ ਨੇ ਕਾਰਵਾਈ ਕਰਨੀ ਉਹਦੇ ਤੇ ਇਤਬਾਰ ਨਹੀਂ ਹੈਗਾ। ਆਫਟਰ ਆਲ ਇਹ ਜੇ ਇਨਵੈਸਟੀਗੇਸ਼ਨ ਕਰਨੀ ਹੈ ਉਹ ਪੁਲਿਸ ਨੇ ਕਰਨੀ ਹੈ, ਜੇ ਸਜ਼ਾ ਦੇਣੀ ਹੈ ਉਹ ਕੋਰਟ ਨੇ ਦੇਣੀ ਹੈ ਜੀ। ਪਤਾ ਤਾਂ ਲੱਗੇ ਨਾ ਕਿ ਕਿਹੜੇ ਕਾਰਨਾਂ ਕਰਕੇ 3 ਹਫ਼ਤਿਆਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਇਹ ਲੱਗਦਾ ਹੈ ਕਿ ਇਹ ਸਰਕਾਰ, ਅੱਛਾ ਜਿਹੜੀ ਡਰੱਗਸ ਵਾਲੀ ਕੇਸ ਹੈ ਉਹ ਹੁਣ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਜਿਹੜੀਆਂ ਰਿਪੋਰਟਾਂ ਕੋਰਟ ਵਿੱਚ ਪਈਆਂ ਨੇ ਉਹਨਾਂ ਨੂੰ ਖੋਲੋ, ਹੈ ਜੀ। ਹਾਂ, ਕੋਰਟ ਨੇ ਸਮਾਂ ਲਿਆ, ਕੋਰਟ ਨੇ ਲਾਸਟ ਹੀਅਰਿੰਗ ਵਿੱਚ ਇਹ ਗੱਲ ਕਹੀ ਹੈ ਕਿ ਜਿਹੜੀਆਂ ਰਿਪੋਰਟਾਂ ਸਾਡੇ ਕੋਲ ਪਈਆਂ ਨੇ ਉਹਨਾਂ ਨੂੰ ਖੋਲਣ ਤੋਂ ਪਹਿਲਾਂ ਕੋਰਟ ਪੜ੍ਹਨਾ ਚਾਹੇਗੀ, ਜਿਹਦਾ ਮਤਲਬ ਇਹ ਹੋਇਆ ਕਿ ਪੜ੍ਹ ਕੇ ਉਹਦੇ ਤੇ ਜੋ ਯੋਗ ਕਾਰਵਾਈ ਬਣਦੀ ਹੈ ਉਹਦੇ ਤੇ ਕੋਰਟ ਸ਼ਾਇਦ ਆਪਣਾ ਪ੍ਰਤੀਕਰਮ ਦੇਵੇ। ਸੋ ਕੋਰਟ ਵਿੱਚੋਂ ਗੱਲ ਚੱਲ ਰਹੀ ਹੈ ਜੀ। ਏਜੀ ਨੇ ਗੱਲ ਕਹੀ ਕਿ ਇਹ ਵੀ ਪੁਆਇੰਟ ਰੇਜ਼ ਹੋਏ ਕਿ ਜੀ ਕੋਰਟ ਨੇ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਨੂੰ ਕੰਮ ਕਰਨੋਂ ਥੋੜ੍ਹਾ ਰੋਕਿਆ, ਜਿਹੜੀ ਕਿ ਗੱਲ ਸੱਚ ਹੈ, ਥੋੜ੍ਹਾ ਰੋਕਿਆ। ਪਰ ਇੰਨੀ ਦੇਰ ਤੋਂ ਜਦੋਂ ਰਿਪੋਰਟਾਂ ਕੋਰਟ ਵਿੱਚ ਪਈਆਂ ਨੇ, ਫਿਰ ਨੈਤਿਕ ਤੌਰ ਤੇ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਹੁਣ ਜਦੋਂ ਕੁਝ ਹਫ਼ਤੇ ਬਾਅਦ ਉਹ ਰਿਪੋਰਟਾਂ ਖੁੱਲਣ ਜਾ ਰਹੀਆਂ ਨੇ, ਫਿਰ ਖੁੱਲ ਰਹਿਣ ਦਿਓ। ਦੇਖ ਲਓ ਕਿਹੜੇ ਵਿਅਕਤੀਆਂ ਦੇ ਨਾਂ ਨੇ, ਦੇਖ ਲਓ ਕਿਸ ਕਿਸਮ ਦੀ ਇਨਫੋਰਮੇਸ਼ਨ ਆ, ਉਸ ਇਨਫੋਰਮੇਸ਼ਨ ਦੇ ਆਧਾਰ ਤੇ ਜੋ ਯੋਗ ਕਾਰਵਾਈ ਬਣਦੀ ਹੈ। ਜੇ ਸਰਕਾਰ ਉਹ ਨਹੀਂ ਕਰਦੀ, ਫਿਰ ਨਵਜੋਤ ਸਿੰਘ ਸਿੱਧੂ ਨੂੰ ਇਹ ਗੱਲਾਂ ਰੇਜ਼ ਕਰਨ ਦਾ ਅਧਿਕਾਰ ਹੋਏਗਾ, ਫਿਰ ਆਮ ਵਿਅਕਤੀ ਵੀ ਇਹ ਗੱਲਾਂ ਰੇਜ਼ ਕਰੇਗਾ। ਪਰ ਹੁਣ ਜਦੋਂ ਉਹ ਕੋਰਟ ਵਿੱਚ ਕੁਝ ਦਿਨ ਬਾਅਦ ਉਹ ਰਿਪੋਰਟਾਂ ਖੁੱਲਣ ਜਾ ਰਹੀਆਂ ਨੇ, ਮੈਂ ਸਮਝਦਾ ਕਿ ਜਿੱਥੇ 4.5 ਸਾਲ ਤੁਸੀਂ ਇਸ ਗੱਲ ਦਾ ਇੰਤਜ਼ਾਰ ਕੀਤਾ, ਕੁਝ ਹਫ਼ਤੇ ਹੋਰ ਇੰਤਜ਼ਾਰ ਕਰਨਾ ਬਣਦਾ ਸੀ। ਸੋ ਬੇਅਦਬੀ ਦੇ ਮੁੱਦੇ ਦੀ ਗੱਲ ਆਪਾਂ ਕਰਤੀ, ਡਰੱਗਸ ਦੇ ਮੁੱਦੇ ਦੀ ਗੱਲ ਕਰਤੀ, ਜਿਹੜੀ ਮੁਲਕ ਦੀ ਆਮਦਨ ਦੀ ਵਧਾਉਣ ਵਾਲੀ ਗੱਲ ਹੈ, ਜਿੱਥੇ ਭਾਸ਼ਾ ਨਵਜੋਤ ਸਿੰਘ ਸਿੱਧੂ ਨੇ ਯੂਜ਼ ਕੀਤੀ ਹੈ ਕਿ ਜਿਹੜਾ ਪੈਸਾ ਲੋਕਾਂ ਦੀਆਂ ਜੇਬਾਂ ਵਿੱਚ ਜਾ ਰਿਹਾ ਉਹ ਸਰਕਾਰ ਦੀ ਜੇਬ ਵਿੱਚ ਜਾਣਾ ਬਣਦਾ ਹੈ। ਜਾਣੀ ਕਿ ਸਰਕਾਰ ਦੀ ਇਨਕਮ ਗੈਰ ਕਾਨੂੰਨੀ ਤਰੀਕਿਆਂ ਨਾਲ ਜਿਹੜੀ ਇਨਕਮ ਲੋਕ ਕਰਦੇ ਨੇ ਉਹ ਲੈਜੀਟੀਮੇਟਲੀ ਸਰਕਾਰ ਦੀ ਇਨਕਮ ਹੈ। ਜਦੋਂ ਸਰਕਾਰ ਦੀ ਇਨਕਮ ਬਣੇਗੀ ਫਿਰ ਹੀ, ਅੱਛਾ, ਉਹ ਇੱਕ ਬਹੁਤ ਵੱਡਾ ਮਸਲਾ ਹੈ, ਇੱਕ ਬਹੁਤ ਵੱਡੀ ਕਮਿਟਮੈਂਟ ਹੈ, ਇੱਕ ਨਵੀਂ ਕਿਸਮ ਦੀ ਰਾਜਨੀਤੀ ਹੈ। ਫਿਰ ਸਾਨੂੰ ਨਵਜੋਤ ਸਿੰਘ ਸਿੱਧੂ ਆ ਕੇ ਦੱਸਣ ਨਾ ਕਿ ਜਿਹੜੀ ਟੀਮ ਪੰਜਾਬ ਵਿੱਚ ਇਸ ਵੇਲੇ ਆਈ ਹੈ ਉਹ ਉਸ ਕਿਸਮ ਦੀ ਰਾਜਨੀਤੀ ਪ੍ਰੈਕਟਿਸ ਕਰਨ ਦਾ ਮਾਦਾ ਨਹੀਂ ਰੱਖਦੀ, ਕਮਿਟਮੈਂਟ ਨਹੀਂ ਰੱਖਦੀ, ਉਹਨਾਂ ਦਾ ਕਿਰਦਾਰ ਨਹੀਂ ਹੈਗਾ। ਸਾਨੂੰ ਦੱਸਣ ਤੇ ਸਹੀ। ਫਿਰ ਜੇ ਨਹੀਂ ਹੈਗਾ ਫਿਰ ਇਹ ਵੀ ਦੱਸਣ ਕਿ ਜਿਸ ਕਿਸਮ ਦੀ ਰਾਜਨੀਤੀ ਤੁਸੀਂ ਪੰਜਾਬ ਦੀ
ਇਨਕਮ ਵਧਾ ਕੇ ਪੰਜਾਬ ਨੂੰ ਇੱਕ ਆਦਰਸ਼ ਸੂਬਾ ਬਣਾਉਣ ਦੀ ਗੱਲ ਜੋ ਨਵਜੋਤ ਸਿੰਘ ਸਿੱਧੂ ਇਸ ਚਿੱਠੀ ਵਿੱਚ ਕਰਦੇ ਨੇ, ਫਿਰ ਉਹ ਰਾਜਨੀਤੀ ਜਿਹੜੀ ਕਿ ਡਿਜ਼ਾਇਰੇਬਲ ਹੈ, ਸੀ ਦੋ ਚੀਜ਼ਾਂ ਨੇ, ਇੱਕ ਡਿਜ਼ਾਇਰੇਬਲ, ਇੱਕ ਅਚੀਵੇਬਲ। ਆਪਾਂ ਹਰ ਵਿਅਕਤੀ ਜਿਹੜਾ ਪੰਜਾਬ ਦਾ ਵੈਲਵਿਸ਼ਰ ਹੈ, ਤੁਸੀਂ, ਮੈਂ, ਬਾਕੀ ਸਾਰੇ ਲੋਕ, ਅਸੀਂ ਇਹ ਕਹਾਂਗੇ ਕਿ ਇਹ ਚੀਜ਼ਾਂ ਜਿਹੜੀਆਂ ਚਿੱਠੀ ਵਿੱਚ ਰੇਜ਼ ਕੀਤੀਆਂ ਗਈਆਂ ਨੇ ਇਹ ਡਿਜ਼ਾਇਰੇਬਲ ਨੇ, ਇਹ ਹੋਣੀਆਂ ਚਾਹੀਦੀਆਂ ਨੇ। ਜੇ ਇਹ ਹੋ ਜਾਂਦੀਆਂ ਨੇ ਫਿਰ ਪੰਜਾਬ ਦਾ ਕੁਝ ਸਵਰ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਜਿਸ ਤਰੀਕੇ ਦੀ ਚਿੱਠੀ ਲਿਖੀ ਗਈ ਹੈ ਇਹਦੇ ਮਾਇਨੇ ਕੀ ਨੇ? ਇਹਦੇ ਮਾਇਨੇ ਇਹ ਹੈ ਕਿ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਇੱਕ ਤਰੀਕੇ ਦੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਖਿਲਾਫ, ਜਾਂ ਆਪਾਂ ਕਹਿ ਦਈਏ, ਜਾਂ ਫਿਰ ਉਹਨਾਂ ਦੀ ਸਰਕਾਰ ਦੇ ਖਿਲਾਫ ਹੋ ਗਏ ਨੇ, ਕਿਉਂਕਿ ਉਹ ਕੰਮ ਨਹੀਂ ਕਰਦੇ ਕਰਕੇ ਹਾਈ ਕਮਾਨ ਨੂੰ ਉਹਨਾਂ ਨੂੰ ਕਹਿਣਾ ਪੈ ਰਿਹਾ, ਜਾਂ ਫਿਰ ਹਾਈ ਕਮਾਨ ਨੂੰ ਹੀ ਉਹ ਕਹਿਣਾ ਚਾਹੁੰਦੇ ਨੇ ਤੇ ਇਹਨਾਂ ਨੂੰ ਕਹਿਣਾ ਨਹੀਂ ਚਾਹੁੰਦੇ ਪੰਜਾਬ ਸਰਕਾਰ ਨੂੰ, ਜਾਂ ਫਿਰ ਪੰਜਾਬ ਸਰਕਾਰ ਉਹਨਾਂ ਦੀ ਸੁਣਦੀ ਨਹੀਂ ਕਰਕੇ ਉੱਥੇ ਕਹਿ ਰਹੇ ਨੇ। ਨਹੀਂ, ਇਹ ਵੈਸੇ ਤਾਂ ਇਹ ਕਈ ਕਿਸਮ ਦੇ ਸੰਕੇਤ ਦਿੰਦਾ ਹੈ। ਪਹਿਲਾ ਸੰਕੇਤ ਇਹ ਦਿੰਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਤੇ ਇਹ ਤਾਂ ਨਹੀਂ ਲੱਗ ਰਿਹਾ ਕਿ ਮੇਰੀ ਤੇ ਜਿਹੜੀ ਰਾਜਨੀਤੀ ਹੈ ਉਹ ਆਦਰਸ਼ ਕਿਸਮ ਦੀ ਰਾਜਨੀਤੀ ਹੈ, ਇਸ ਕਿਸਮ ਦੀ ਆਦਰਸ਼ ਕਿਸਮ ਦੀ ਰਾਜਨੀਤੀ ਦੀ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈਗੀ। ਤੇ ਫਿਰ ਸਵਾਲ ਇਹ ਵੀ ਪੈਦਾ ਹੁੰਦਾ, ਕਦੋਂ ਨਵਜੋਤ ਸਿੰਘ ਸਿੱਧੂ ਨੂੰ ਲੱਗਿਆ ਸੀਗਾ ਕਿ ਜਿਹੜੇ ਆਦਰਸ਼ ਉਹ ਲੈ ਕੇ ਤੁਰਿਆ ਫਿਰਦੇ ਨੇ ਉਹ ਆਦਰਸ਼ਾਂ ਦੀ ਥਾਂ ਕਾਂਗਰਸ ਵਿੱਚ ਹੈਗੀ ਆ, ਜਾਂ ਪਹਿਲਾਂ ਜਿਸ ਪਾਰਟੀ ਵਿੱਚ ਸੀਗੇ ਉਹਦੇ ਵਿੱਚ ਹੈਗੀ ਆ, ਜਾਂ ਹੁਣ ਇਹ ਤਾਂ ਨਹੀਂ ਲੱਗਣ ਲੱਗ ਗਿਆ ਕਿ ਜਿਹੜੇ ਮੇਰੇ ਆਦਰਸ਼ ਨੇ ਉਹ ਆਦਰਸ਼ ਤਾਂ ਕਾਂਗਰਸ ਵਿੱਚ ਉਹਨਾਂ ਦੀ ਥਾਂ ਹੀ ਨਹੀਂ ਹੈਗੀ, ਮੈਨੂੰ ਤਾਂ ਕੋਈ ਨਵਾਂ ਨਿਜ਼ਾਮ ਬਣਾਉਣਾ ਪੈਣਾ ਹੈ ਜੀ। ਤੇ ਮੈਂ ਲਾਸਟ ਰਿਜ਼ੋਰਟ ਦੇ ਤੌਰ ਤੇ ਜਿਹੜੀ ਗੱਲ ਚਿੱਠੀ 'ਚ ਕਹਿ ਰਹੇ ਕਿ ਆਖਰੀ ਮੌਕਾ ਹੈ ਜੀ, ਜੇ ਇਹ ਮੌਕੇ ਦਾ ਫਾਇਦਾ ਨਾ ਉਠਾਇਆ ਗਿਆ ਫਿਰ ਇਹ ਵੀ ਸੰਕੇਤ ਕਰਦੇ ਨੇ ਕਿ ਫਿਰ ਉਹੀ ਜਮਾਤ, ਜਿਹੜੀ ਜਮਾਤ ਪਹਿਲਾਂ ਪੰਜਾਬ ਵਿੱਚ ਰੂਲ ਕਰਦੀ ਸੀ, ਉਹ ਪਾਵਰ ਵਿੱਚ ਆ ਜਾਏਗੀ। ਜਿਹੜੇ ਕਾਰਨਾਂ ਕਰਕੇ ਪੰਜਾਬ ਡੁੱਬਿਆ, ਜਿਹੜੀਆਂ ਚੀਜ਼ਾਂ ਉਸ ਕਾਰਜਕਾਲ ਦੌਰਾਨ ਹੋਈਆਂ ਉਹ ਚੀਜ਼ਾਂ ਵਾਪਸ ਹੋਣਗੀਆਂ। ਤੇ ਫਿਰ ਗੱਲ ਇਹ ਹੈ ਕਿ ਸਾਨੂੰ ਇਹ ਦੱਸਣਾ ਕਿ ਇਹ ਸੁਪਨਿਆਂ ਦੀ ਰਾਜਨੀਤੀ, ਇਹ ਆਦਰਸ਼ਾਂ ਦੀ ਰਾਜਨੀਤੀ ਕਿਹੜੀ ਜਮਾਤ ਇਸ ਕਿਸਮ ਦੀ ਰਾਜਨੀਤੀ ਨੂੰ ਪ੍ਰੈਕਟਾਈਜ਼ ਕਰੇਗੀ। ਜੇ ਉਹ ਜਮਾਤ ਕਾਂਗਰਸ ਵਿੱਚ ਨਜ਼ਰ ਨਹੀਂ ਆਉਂਦੀ, ਅਕਾਲੀ ਦਲ ਵਿੱਚ ਨਜ਼ਰ ਨਹੀਂ ਆਉਂਦੀ, ਫਿਰ ਨਵਜੋਤ ਸਿੰਘ ਸਿੱਧੂ ਦੱਸਣ ਸਾਨੂੰ ਕਿੱਥੇ ਨਜ਼ਰ ਆਉਂਦੀ ਹੈ। ਸੋ ਮੈਨੂੰ ਸਿਰਫ ਇੰਨਾ ਨਹੀਂ ਨਜ਼ਰ ਆ ਰਿਹਾ ਕਿ ਨਵਜੋਤ ਸਿੰਘ ਕਿਹੜੇ ਹਾਲਾਤਾਂ ਦੇ ਵਿੱਚ ਚਿੱਠੀ ਲਿਖਣੀ ਪਈ ਹੈ ਨਵਜੋਤ ਸਿੰਘ ਸਿੱਧੂ ਨੂੰ, ਕਿਹੜੇ ਹਾਲਾਤਾਂ ਦੇ ਵਿੱਚ ਚਿੱਠੀ ਜਿਹੜੀ ਉਦੋਂ ਦੇਣੀ ਪਈ ਇਸ ਮੀਟਿੰਗ ਦੇ ਵਿੱਚ? ਦੇਖੋ, ਜੇ ਤਾਂ ਬਿਲਕੁਲ ਛੋਟੇ ਲੈਵਲ ਤੇ ਸੋਚੀਏ ਫਿਰ ਤੇ ਇਹ ਵੀ ਹੋ ਸਕਦਾ ਕਿ ਤੁਹਾਨੂੰ ਇਹ ਲੱਗੇ ਕਿ ਜੀ ਮੈਂ ਤਾਂ ਪੰਜਾਬ ਵਿੱਚ ਮੁੱਖ ਮੰਤਰੀ ਬਣਨ ਲਈ ਮੈਂ ਤੇ ਕਾਂਗਰਸ ਵਿੱਚ ਆਇਆ ਸੀਗਾ, ਮੁੱਖ ਮੰਤਰੀ ਬਣਨ ਦਾ ਮੌਕਾ ਆਇਆ, ਉਹ ਖੁੱਸ ਗਿਆ। ਜੇ ਹੁਣ ਦੀ ਸਰਕਾਰ ਆਪਣੇ ਆਪ ਨੂੰ ਐਸਟੈਬਲਿਸ਼ ਕਰ ਲੈਂਦੀ ਹੈ ਫਿਰ ਮੈਂ ਕਦੋਂ ਮੁੱਖ ਮੰਤਰੀ ਬਣਾਂਗਾ। ਜੇ ਮੈਂ ਹੁਣ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਆਦਰਸ਼ ਕਿਸਮ ਦੀ ਸਰਕਾਰ ਕਾਰਗੁਜ਼ਾਰੀ ਮੰਨ ਲੈਣਾ ਤੇ ਫਿਰ ਇੱਕ ਨਵਾਂ ਵਿਅਕਤੀ ਜਿਹੜਾ ਵਾਕਈ ਆਦਰਸ਼ ਕਿਸਮ ਦੀ ਰਾਜਨੀਤੀ ਪ੍ਰੈਕਟਾਈਜ਼ ਕਰਦਾ ਹੋਵੇ, ਯਾਨੀ ਕਿ ਨਵਜੋਤ ਸਿੰਘ ਸਿੱਧੂ, ਫਿਰ ਉਹਦੀ ਕੀ ਲੋੜ ਹੈ ਜੀ। ਸੋ ਇਹਦੇ ਚ ਤਾਂ ਕਈ ਕਿਸਮ ਦੇ ਸਵਾਲ ਉੱਠਦੇ ਨੇ ਕਿ ਅੱਛਾ, ਛੋਟੇ ਲੈਵਲ ਤੇ ਹੋ ਗਿਆ ਕਿ ਭਾਈ ਮੈਂ ਤਾਂ ਮੁੱਖ ਮੰਤਰੀ ਬਣਨ ਲਈ ਆਇਆ ਸੀ, ਮੇਰੀ ਐਂਬੀਸ਼ਨ ਸੀਗੀ, ਉਹ ਤੇ ਪੂਰੀ ਨਹੀਂ ਹੋਈ, ਤੇ ਹੁਣ ਕਿੱਥੇ? ਅੱਛਾ, ਹੁਣ ਜੇ ਤੁਸੀਂ ਉਹ ਐਂਬੀਸ਼ਨ ਪੂਰੀ ਕਰਨੀ ਹੈ, ਜੇ ਕਾਂਗਰਸ ਦੇ ਅੰਦਰ ਕਰਨੀ ਹੈ, ਤੇ ਫਿਰ ਵੀ ਤੁਹਾਨੂੰ ਇਦਾਂ ਦੀ ਗੱਲ ਦੱਸਣੀ ਪਏਗੀ ਕਿ ਜੀ ਜਿਹੜੀ ਲੀਡਰਸ਼ਿਪ ਹੈ ਜਿਹਨੂੰ ਤੁਸੀਂ ਹੁਣ ਮੌਕਾ ਦਿੱਤਾ, ਇਹ ਤਾਂ ਉਹਨਾਂ ਵਾਅਦਿਆਂ ਤੇ ਪਹਿਰਾ ਦੇਣ ਦੀ ਸਮਰੱਥਾ ਹੀ ਨਹੀਂ ਰੱਖਦੀ, ਮੈਂ ਰੱਖਦਾ। ਜਾਂ ਫਿਰ ਇਹ ਵੀ ਹੋ ਸਕਦਾ ਕਿ ਇਹ ਤੇ ਪਾਰਟੀ ਉਹ ਹੈ ਨਹੀਂ ਜਿਹੜੀ ਉਸ ਕਿਸਮ ਦੀ ਆਦਰਸ਼ ਕਿਸਮ ਦੀ ਰਾਜਨੀਤੀ ਕਰ ਸਕਦੀ ਹੋਵੇ ਕਿ ਮੈਂ ਤਾਂ ਕੋਈ ਨਵਾਂ ਨਿਜ਼ਾਮ ਪੈਦਾ ਕਰਨਾ ਚਾਹੁੰਦਾ। ਦੋਨੋਂ ਸੂਰਤ ਵਿੱਚ ਜਿਹੜੇ ਮੁੱਦੇ ਉਹ ਬੜੇ ਲੰਮੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਰੇਜ਼ ਕਰਦੇ ਨੇ, ਉਹਨਾਂ ਨੂੰ ਜਿੰਦਾ ਰੱਖਦੇ ਹੋਏ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਵਡਮੁੱਲੀ ਆਦਰਸ਼ਾਂ ਵਾਲੀ, ਨੈਤਿਕ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਮੈਂ ਲੈ ਕੇ ਤੁਰਿਆ ਫਿਰਦਾ। ਇਹ ਸਮੇਂ ਸਿਰ ਮੈਂ ਨਵਜੋਤ ਸਿੰਘ ਸਿੱਧੂ ਨੂੰ ਇਹ ਗੱਲ ਕਹਿੰਦੇ ਸੁਣੇ ਕਿ ਮੈਂ ਕੰਪਰੋਮਾਈਜ਼ ਨਹੀਂ ਕਰ ਸਕਦਾ, ਮੇਰੇ ਲਈ ਰਾਜਨੀਤੀ ਪ੍ਰੋਫੈਸ਼ਨ ਨਹੀਂ ਹੈਗਾ, ਮੇਰੇ ਲਈ ਰਾਜਨੀਤੀ ਕਮਿਟਮੈਂਟ ਹੈਗੀ ਹੈ। ਹੋਰ ਵੀ ਵੱਡੀ ਦੁਨੀਆ ਇਹ ਕਹਿੰਦੀ ਹੈ ਰਾਜ ਨਹੀਂ ਸੇਵਾ ਹੈ ਜੀ। ਸੋ ਰਾਜਨੀਤੀ ਵਿੱਚ ਤੁਸੀਂ ਕਹਿੰਦੇ ਕੁਛ ਹੋ, ਕਰਦੇ ਕੁਛ ਹੋ। ਜੇ ਵਾਕਈ ਨਵਜੋਤ ਸਿੰਘ ਸਿੱਧੂ ਇਸ ਕਿਸਮ ਦੀ ਰਾਜਨੀਤੀ ਕਰਨਾ ਚਾਹੁੰਦੇ ਨੇ ਫਿਰ ਭਾਈ ਇਹ ਤਾਂ ਇੱਕ ਗ੍ਰੈਜੂਅਲ ਪ੍ਰੋਸੈਸ ਹੈ ਵੀ ਤੁਸੀਂ ਕਾਂਗਰਸ ਨੂੰ ਟਰਾਂਸਫਾਰਮ ਕਰਨਾ ਹੈ। ਕੁਝ ਗੱਲਾਂ ਰਾਜਨੀਤੀ ਵਿੱਚ
ਆਮ ਚ ਇਹ ਚੀਜ਼ਾਂ ਹੁੰਦੀਆਂ ਨੇ ਕਿ ਤੁਸੀਂ ਬਹੁਤ ਸਾਰੀਆਂ ਗੱਲਾਂ ਤੁਸੀਂ ਜਿਹੜੀ ਮਰਜ਼ੀ ਪਾਰਟੀ ਦਾ ਚੁੱਕ ਲਓ। ਪਰ ਇੱਕ ਗੱਲ ਹੈ ਡਾਕਟਰ ਸਾਹਿਬ, ਜਿਹੜੇ ਮੰਤਰੀ ਵਧੀਆ ਕਾਰਗੁਜ਼ਾਰੀ ਕਰ ਰਹੇ ਨੇ, ਜਿਵੇਂ ਰਾਜਾ ਵੜਿੰਗ ਹੋ ਗਏ, ਪ੍ਰਗਟ ਸਿੰਘ ਹੋ ਗਏ, ਉਹਨਾਂ ਦੇ ਬਾਰੇ ਨਵਜੋਤ ਸਿੰਘ ਸਿੱਧੂ ਨੇ ਇਸ ਚਿੱਠੀ ਦੇ ਵਿੱਚ ਲਿਖਿਆ ਵੀ ਹੈ। ਜਿਵੇਂ ਪੁਆਇੰਟ ਨੰਬਰ 12 ਦੇ ਵਿੱਚ ਲਿਖਦੇ ਨੇ ਕਿ ਕੁਸ਼ਲਤਾ ਨਾਲ ਪ੍ਰਬੰਧਿਤ ਜਨਤਕ ਆਵਾਜਾਈ ਰਾਹੀਂ ਪੰਜਾਬ ਕੋਲ ਕਿਸੇ ਜਨਤਕ ਨਿਵੇਸ਼ ਦੁਆਰਾ ਵੱਧ ਤੋਂ ਵੱਧ ਨੌਕਰੀਆਂ ਪੈਦਾ ਕਰਕੇ ਰੁਜ਼ਗਾਰ ਵਧਾਉਣ ਦੇ ਨਾਲ ਹਜ਼ਾਰਾਂ ਕਰੋੜ ਦੀ ਕਮਾਈ ਕਰਨ ਦੀ ਸਮਰੱਥਾ ਹੈ। ਸਾਡੇ ਮੌਜੂਦਾ ਟਰਾਂਸਪੋਰਟ ਮੰਤਰੀ ਪਹਿਲਾਂ ਹੀ ਕੁਸ਼ਲਤਾ ਨਾਲ ਕੰਮ ਕਰ ਰਹੇ ਨੇ। ਪੰਜਾਬ ਦੀਆਂ ਸੜਕਾਂ ਉੱਤੇ ਚੱਲ ਰਹੀਆਂ 13,000 ਗੈਰ ਕਾਨੂੰਨੀ ਜਾਂ ਬਗੈਰ ਪਰਮਿਟ ਬੱਸਾਂ ਨੂੰ ਹਟਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਪਰਮਿਟ ਜਾਰੀ ਕਰਕੇ ਪੀਆਰਟੀਸੀ ਅਧੀਨ ਲਾਭਦਾਇਕ ਰੂਟ ਲਿਆ ਕੇ ਪੀਆਰਟੀਸੀ ਦੀਆਂ ਲਗਜ਼ਰੀ ਬੱਸਾਂ ਨੂੰ ਬਾਦਲ ਦੀਆਂ ਬੱਸਾਂ ਦੀ ਥਾਂ ਚਲਾ ਕੇ ਸਾਨੂੰ ਆਵਾਜਾਈ ਮੰਤਰੀ ਦੀ ਪਿੱਠ ਤੇ ਜ਼ਰੂਰ ਖੜਨਾ ਚਾਹੀਦਾ। ਸਧਾਰਨ ਬੱਸਾਂ ਉੱਤੇ ਸੜਕ ਟੈਕਸ ਲਗਜ਼ਰੀ ਬੱਸਾਂ ਨਾਲੋਂ ਜ਼ਿਆਦਾ ਹੈ, ਹਾਲਾਂਕਿ ਨਿੱਜੀ ਲਗਜ਼ਰੀ ਬੱਸਾਂ ਉੱਤੇ ਆਮ ਬੱਸਾਂ ਨਾਲੋਂ ਜ਼ਿਆਦਾ ਟੈਕਸ ਲਗਾਇਆ ਜਾਣਾ ਚਾਹੀਦਾ। ਯਾਨੀ ਕਿ ਜਿੱਥੇ ਸਰਕਾਰ ਕੰਮ ਠੀਕ ਕਰ ਰਹੀ ਹੈ ਉੱਥੇ ਉਹਨਾਂ ਨੇ ਸਰਕਾਰ ਦੀ ਤਾਰੀਫ ਵੀ ਕੀਤੀ ਹੈ। ਚੰਗੀ ਗੱਲ ਹੈ, ਕਰਨੀ ਬਣਦੀ ਹੈ। ਤੇ ਫਿਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਵਰਕਿੰਗ ਦੇ ਬਿਲਕੁਲ ਉਲਟ ਸੂਬੇ ਦੇ ਨਵੇਂ ਮੁੱਖ ਮੰਤਰੀ ਨੇ ਇੱਕ ਅਲੱਗ ਕਿਸਮ ਦੀ ਵਰਕਿੰਗ ਅਖਤਿਆਰ ਕੀਤੀ ਹੈ ਜੀ, ਉਹਦਾ ਕੀ ਨੋਟ ਲਿਆ ਗਿਆ ਉਹਦਾ ਵੀ ਜ਼ਿਕਰ ਕਰ ਦਿੰਦੇ। ਮੈਂ ਇਹ ਨਹੀਂ ਕਹਿ ਰਿਹਾ ਕਿ ਸਭ ਕੁਝ ਹੋ ਗਿਆ, ਮੈਂ ਕਹਿੰਦਾ ਫਿਰ ਆ ਕੇ ਇੱਥੇ ਬਹਿੰਦੇ ਕਿ ਭਾਈ ਆਹ ਗੱਲਾਂ ਪਾਸੇ ਆਪਾਂ ਤੁਰ ਪਏ ਆ, ਆਹ ਗੱਲਾਂ ਜਿਹੜੇ ਵਾਅਦੇ ਦੇ ਰੂਪ ਵਿੱਚ 2017 ਤੋਂ ਤੁਰੀਆਂ ਫਿਰਦੀਆਂ ਨੇ ਇਸ ਪਾਸੇ ਵੀ ਤੁਰੀਏ। ਬਹੁਤ ਸਾਰੇ ਲੋਕ ਸਵਾਲ ਇਹ ਵੀ ਚੱਕ ਰਹੇ ਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਹਾਲੇ ਤੱਕ ਜਿਸ ਤਰੀਕੇ ਦੀ ਕਾਰਗੁਜ਼ਾਰੀ ਕਰ ਰਿਹਾ, ਠੀਕ ਹੈ, ਉਹਨਾਂ ਨੂੰ ਉਹ ਲੋਕਾਂ ਨੂੰ ਪਸੰਦ ਆ ਰਹੇ ਆ, ਆਮ ਲੋਕਾਂ ਨੂੰ ਮਿਲ ਵੀ ਰਹੇ ਆ, ਪਰ ਐਲਾਨ ਤੇ ਐਲਾਨ ਹੀ ਹੈ। ਨੋਟੀਫਿਕੇਸ਼ਨ ਜਾਂ ਆਪਾਂ ਕਹਿ ਦਈਏ ਕੋਈ ਗੱਲਾਂ ਬਾਤਾਂ ਜਿਹੜੀਆਂ ਆਮ ਲੋਕਾਂ ਨੂੰ ਸਿੱਧੇ ਤੌਰ ਤੇ ਹਾਲੇ ਤੱਕ ਲਾਭ ਪਹੁੰਚਾ ਚੁੱਕੀਆਂ ਹੋਣ, ਉਹਨਾਂ ਬਾਰੇ ਹਲੇ ਕੋਈ ਗੱਲ ਨਹੀਂ ਹੋਈ। ਸਿੱਧੇ ਤੌਰ ਤੇ ਸਿਰਫ ਜਵਾਨੀ ਕਲਾਮੀ ਐਲਾਨ ਹੀ ਹੋ ਰਹੇ। ਨਹੀਂ, ਇਹ ਸਹੀ ਹੈ ਗੱਲ, ਅਜੇ ਐਲਾਨ ਹੀ ਹੋ ਰਹੇ ਨੇ। ਅਜੇ ਉਹਨਾਂ ਐਲਾਨਾਂ ਨੂੰ ਪ੍ਰੋਗਰਾਮ ਵਿੱਚ ਕਨਵਰਟ ਕਰਕੇ ਇੰਪਲੀਮੈਂਟੇਸ਼ਨ ਵਾਲਾ ਕੰਮ ਅਜੇ ਨਹੀਂ ਸ਼ੁਰੂ ਹੋਇਆ। ਮੈਂ ਇਹੀ ਤਾਂ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਨਾ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਕਿ ਮੈਂ ਪੰਜਾਬ ਭਵਨ ਜਾ ਕੇ ਬੈਠਾਂਗਾ, ਇੱਥੇ ਆ ਕੇ ਬਹਿੰਦੇ ਜੀ, ਸਰਕਾਰ ਦੇ ਮੋਢਿਆਂ ਤੇ ਖੜਦੇ ਕਿ ਜੀ ਆਹ ਤਾਂ ਕੰਮ ਹੋ ਰਿਹਾ, ਆ ਨਹੀਂ ਹੋ ਰਿਹਾ ਜੀ, ਸੋ ਲੋਕਾਂ ਨੂੰ ਦੱਸਦੇ ਹੈ ਜੀ। ਤੇ ਜਿਵੇਂ ਫਾਰ ਐਗਜ਼ਾਮਪਲ ਸ਼ਰਾਬ ਦੀ ਆਮਦਨ, ਸਰਕਾਰ ਦੀ ਆਮਦਨ ਬਣਾਉਣ ਲਈ ਜਿਹੜੀ ਕਾਰਪੋਰੇਸ਼ਨ ਦਾ ਸੁਝਾਅ ਦਿੱਤਾ ਸੀ ਕੈਪਟਨ ਵੇਲੇ ਨਹੀਂ ਪੂਰਾ ਹੋਇਆ, ਹੁਣ ਫੇਰ ਦੁਬਾਰਾ ਰੀਟਰੇਟ ਕਰਦੇ, ਕਹਿੰਦੇ ਕਿ ਮਾਰਚ 2022 ਤੋਂ ਬਾਅਦ ਜਦੋਂ ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋਏਗਾ ਉਹਦੇ ਚ ਅਸੀਂ ਸ਼ਰਾਬ ਦੇ ਠੇਕੇ ਦੇਣ ਦੀ ਬਜਾਏ ਅਸੀਂ ਕਾਰਪੋਰੇਸ਼ਨ ਬਣਾਵਾਂਗੇ, ਸਰਕਾਰ ਦੀ ਇਨਕਮ ਵਧਾਵਾਂਗੇ। ਫਿਰ ਦੱਸਦੇ ਕਿ ਜਿਹੜਾ ਸੈਂਡ ਮਾਫੀਆ ਜਿੱਥੇ ਪੰਜਾਬ ਦੀ ਇਨਕਮ ਇਸ ਵੇਲੇ ਸ਼ਾਇਦ 400 ਕਰੋੜ ਪਰ ਐਨਮ ਹੈਗਾ ਜੀ, ਉਹਦੇ ਚੋਂ ਉਹ ਸ਼ਾਇਦ 20,000 ਕਰੋੜ ਦੀ ਗੱਲ ਕਰਦੇ ਨੇ ਕਿ 10,000 ਕਰੋੜ ਦੀ ਗੱਲ ਕਰਦੇ ਨੇ। ਫਿਰ ਦੱਸਦੇ ਵੀ ਕਿਹੜਾ ਉਹ ਬਲੂ ਪ੍ਰਿੰਟ ਹੈ ਜੀ। ਸੋ ਬਲੂ ਪ੍ਰਿੰਟ ਦੇ ਕੇ ਸਰਕਾਰ ਕੋਲੋਂ ਉਹਦੇ ਤੇ ਪਹਿਰਾ ਦੇਣ ਦੀ ਆਸ ਰੱਖਦੇ ਹੋਏ ਕੁਝ ਸਮਾਂ ਦਿੰਦੇ ਹੈ ਜੀ। ਸੋ ਇਹ ਸਾਰੀਆਂ ਗੱਲਾਂ ਲੈ ਕੇ ਦਿੱਲੀ ਹਾਈ ਕਮਾਂਡ ਨੂੰ ਦੇਣਾ, ਇਹਦੇ ਚੋਂ ਹੋਰ ਕਿਸਮ ਦੇ ਸੰਕੇਤ ਮਿਲਦੇ ਨੇ। ਇਹ ਸੰਕੇਤ ਨਹੀਂ ਮਿਲਦੇ ਕਿ ਜੀ ਦੇਖੋ 3 ਹਫ਼ਤਿਆਂ ਵਿੱਚ ਜੇ ਫਾਰ ਐਗਜ਼ਾਮਪਲ 2-3 ਗੱਲਾਂ ਸਾਫ਼ ਸਾਨੂੰ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ, ਉਹਦੇ ਤੋਂ ਕਿਤੇ ਵੱਡੀਆਂ ਗੱਲਾਂ ਅਜੇ ਬਾਕੀ ਨੇ, ਇਹ ਵੀ ਸੱਚ ਹੈ। ਪਰ ਮੈਂ ਕਹਿੰਦਾ ਚੰਡੀਗੜ੍ਹ ਬੈਠ ਕੇ ਜੇ ਫਾਰ ਐਗਜ਼ਾਮਪਲ ਸ਼ੁਰੂ ਵਿੱਚ 3-4 ਦਿਨ ਲਈ ਤੇ ਚੰਨੀ ਸਾਹਿਬ ਨੂੰ ਨਹੀਂ ਫਿਰਦੇ ਸੀਗੇ, ਛੋਟੇ ਕੰਮ ਆਪਣੇ ਬੰਦਿਆਂ ਦੇ ਕਰਵਾਏ, ਉਦਾਂ ਵੱਡੇ ਕੰਮ ਵੀ ਕਰਵਾ ਲੈਂਦੇ ਹੈ ਜੀ। ਤੇ ਜੇ ਵੱਡੇ ਕੰਮ ਨਾ ਕਰਦੇ ਫਿਰ ਉਹਨਾਂ ਨੂੰ, ਛੋਟੇ ਕੰਮ ਛੱਡੋ, ਮੈਂ ਤਾਂ ਵੱਡੇ ਕੰਮਾਂ ਦੀ ਗੱਲ ਕਰਦਾ, ਜੇ ਵੱਡੇ ਕੰਮਾਂ ਤੇ ਲੱਗਦਾ ਕਿ ਜਿਹੜੇ 2017 ਵਾਲੇ ਵਾਅਦੇ ਨੇ ਜਾਂ ਜਿਹੜੇ ਉਹ ਐਕਸਪੈਕਟੇਸ਼ਨ ਨੇ, ਜਿਹੜੀਆਂ ਐਕਸਪੈਕਟੇਸ਼ਨ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ, ਜੇ ਲੱਗਦਾ ਕਿ ਉਹ ਨਹੀਂ ਪੂਰੀਆਂ ਹੋ ਰਹੀਆਂ, ਫਿਰ ਮੁੱਦੇ ਰੇਜ਼ ਕਰਨ ਦਾ ਅਧਿਕਾਰ ਸੀਗਾ। ਸੋ ਸਮਾਂ ਲੱਗ ਹੀ ਰਿਹਾ ਡਾਕਟਰ ਸਾਹਿਬ, ਉਹ ਲੱਗ ਹੀ ਰਿਹਾ, ਕਿਉਂਕਿ ਪਹਿਲਾਂ ਚਰਨਜੀਤ ਸਿੰਘ ਚੰਨੀ ਪਹਿਲੇ 5-4 ਦਿਨ ਨਵਜੋਤ ਸਿੰਘ ਸਿੱਧੂ ਨਾਲ ਤੁਰੇ ਫਿਰਦੇ ਰਹੇ, ਫਿਰ ਚਰਨਜੀਤ ਸਿੰਘ ਚੰਨੀ ਜਿਹੜੇ ਸੁਖਜਿੰਦਰ ਸਿੰਘ ਰੰਧਾਵੇ ਨਾਲ ਤੁਰੇ ਫਿਰਦੇ ਰਹੇ, ਫਿਰ ਹੁਣ ਉਹ ਉੱਥੇ ਜਾ ਕੇ ਤੁਹਾਨੂੰ ਕੱਲ ਜਿਵੇਂ ਆਪਾਂ ਖਬਰ ਲਾਈ ਸੀ, ਫਿਰ ਹੁਣ ਮੰਤਰੀਆਂ ਦੀਆਂ ਕੋਠੀਆਂ ਤੇ ਨੀਂਹ ਪੱਥਰ ਰੱਖਦੇ ਫਿਰਦੇ ਆ, ਨੀਹਾਂ ਰੱਖਦੇ ਫਿਰਦੇ ਆ। ਹੁਣ ਕਿਵੇਂ ਦੇਖਦੇ ਹੋ ਕਿ 5-4 ਦਿਨ ਉਸ ਮੰਤਰੀ ਨਾਲ, 5-4 ਉਸ ਦਿਨ ਮੰਤਰੀ ਨਾਲ,
ਤੇ ਚਰਨਜੀਤ ਸਿੰਘ ਚੰਨੀ ਇਸ ਤਰੀਕੇ ਦੀ ਕਾਰਵਾਈ, ਫਿਰ ਲੋਕਾਂ ਦੇ ਮਸਲੇ ਕਦੋਂ ਸੁਲਝਾਉਣਗੇ ਜੇਕਰ ਆਪਣੇ ਮੰਤਰੀ ਨੇ ਕੋਠੀਆਂ ਦੀ ਨਹੀਂ ਪਤਾ ਰੱਖਦੇ ਕਰਨਗੇ? ਦੇਖੋ, ਬਹੁਤ ਸਮਾਂ ਘੱਟ ਹੋਣ ਕਰਕੇ ਇਹ ਸਗੋਂ ਲੋੜ ਹੋਰ ਵੀ ਵੱਡੀ ਹੋ ਜਾਂਦੀ ਹੈ ਕਿ ਮੁੱਖ ਮੰਤਰੀ ਸਾਹਿਬ ਆਪਣੇ ਦਫ਼ਤਰ ਵਿੱਚ ਬੈਠ ਕੇ ਆਪਣੇ ਮੰਤਰੀਆਂ ਦੇ ਕਾਰਜਕਾਲ ਨੂੰ ਵਾਚ ਕਰਨ ਤੇ ਉਹਨਾਂ ਵਾਅਦਿਆਂ ਦੇ ਮੁਤਾਬਕ ਜਿਹੜੇ ਵਾਅਦੇ ਇਹਨਾਂ ਨੇ ਕੀਤੇ ਨੇ ਉਸ ਐਕਸਪੈਕਟੇਸ਼ਨ ਦੇ ਮੁਤਾਬਕ ਜਿਹੜੀ ਐਕਸਪੈਕਟੇਸ਼ਨ ਨਵੀਂ ਸਰਕਾਰ ਤੋਂ ਹੈਗੀ ਆ। ਸੋ ਉਹ ਬਹੁਤ ਮੈਂ ਉਸ ਮੁੱਦੇ ਤੇ ਤੁਹਾਡੇ ਨਾਲ ਡਿਸਐਗਰੀ ਨਹੀਂ ਕਰਦਾ। ਮੈਂ ਤਾਂ ਇਹ ਕਹਿ ਰਿਹਾ ਹਾਂ। ਦੂਜੀ ਗੱਲ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ, ਨਾ ਨਵਜੋਤ ਸਿੰਘ ਸਿੱਧੂ ਨਾ ਚਰਨਜੀਤ ਸਿੰਘ ਚੰਨੀ, ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਿਆ, ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਨੇ, ਕੋਈ ਦੋਨੋਂ ਜਾਣੇ ਬਹੁਤ ਵੱਡਾ ਗਰੁੱਪ ਲੈ ਕੇ ਨਹੀਂ ਆਏ ਜੀ। ਸੋ ਚੰਨੀ ਮੁੱਖ ਮੰਤਰੀ ਬਣ ਗਏ, ਹੁਣ ਇੱਕ ਆਪਣਾ ਗਰੁੱਪ ਕ੍ਰੀਏਟ ਕਰਨ ਦੀ ਵੀ ਲੋੜ ਹੈ ਜੀ। ਸੋ ਉਹ ਰਾਜਨੀਤੀ ਤਾਂ ਚੱਲੇਗੀ ਹੈ ਜੀ, ਪਰ ਜਿੱਥੋਂ ਤੱਕ ਪਰਫਾਰਮੈਂਸ ਦੀ ਗੱਲ ਹੈ, ਮੈਂ ਘੱਟੋ ਘੱਟ ਮਹਿਸੂਸ ਕਰਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਐਲਾਨ ਦੇ ਮੁਤਾਬਕ ਚੰਡੀਗੜ੍ਹ ਵਿੱਚ ਬੈਠ ਕੇ, ਪੰਜਾਬ ਭਵਨ ਵਿੱਚ ਬੈਠ ਕੇ, ਜਿਹੜਾ ਕਾਂਗਰਸ ਭਵਨ ਹੈਗਾ ਉਹਦੇ ਚ ਬੈਠ ਕੇ ਜਿਹੜਾ ਐਲਾਨ ਵੀ ਕੀਤਾ ਸੀ ਵੀ ਮੈਂ ਇੱਥੇ ਮੰਜਾ ਡਾਊਂਗਾ, ਫਿਰ ਪਹਿਲਾਂ ਵੀ ਤੇ ਆਪਣਾ ਐਲਾਨ ਕੀਤਾ ਸੀ ਕੈਪਟਨ, ਉਦੋਂ ਤੇ ਪੂਰਾ ਨਹੀਂ ਹੋਇਆ। ਹੁਣ ਤੇ ਨਵੀਂ ਟੀਮ ਆ ਗਈ ਜਿਹੜੇ ਕੰਮਕਾਜ ਰੋਕੇ ਨਾ, ਜਿਹੜੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਨੇ ਰਲ ਕੇ ਇੱਕ ਪ੍ਰੋਗਰਾਮ ਲਿਖਿਆ ਸੀ ਕਿ ਇੱਕ ਦਿਨ ਇੱਕ ਮੰਤਰੀ ਆ ਕੇ ਇੱਥੇ ਬੈਠਾ ਕਰੇਗਾ, ਉਹ ਵੀ ਰੋਕੇ ਮੇਰੇ ਖਿਆਲ ਚ। ਨਹੀਂ, ਉਹ ਤਾਂ ਗੱਲ ਮੁੱਕ ਗਈ ਨਾ। ਉਹ ਤੇ ਜਦੋਂ ਤੁਸੀਂ ਇਹ ਕਨਕਲੂਡ ਕਰ ਲਿਆ ਕਿ ਤੁਸੀਂ ਜਿੰਨੀ ਮਰਜ਼ੀ ਕਮੇਟੀ ਬਣਾ ਲਓ, ਇਨਫੈਕਟ ਜੇ ਤੁਹਾਨੂੰ ਭਾਸ਼ਾ ਯਾਦ ਹੋਵੇ ਨਾ, ਜਦੋਂ ਇਹਨਾਂ ਮੰਤਰੀਆਂ ਨੇ ਕੈਪਟਨ ਦੇ ਖਿਲਾਫ ਬਗਾਵਤ ਕੀਤੀ ਆ, ਉਹਨਾਂ ਨੇ ਭਾਸ਼ਾ ਇਹ ਸੀ ਕਿ ਇਸ ਮੁੱਖ ਮੰਤਰੀ ਦੇ ਹੁੰਦਿਆਂ ਸਾਡੇ ਮਸਲੇ ਪੂਰੇ ਨਹੀਂ ਹੋ ਸਕਦੇ। ਉਹ ਤਾਂ ਗੱਲ ਮੁੱਕ ਗਈ। ਪਰ ਇਹ ਵੀ ਤਾਂ ਸੱਚ ਹੈ ਕਿ ਬੜੀ ਵੱਡੀ ਆਸ ਬੱਝੀ ਸੀਗੀ ਕਿ ਨਵੀਂ ਸਰਕਾਰ ਕੁਝ ਅਲੱਗ ਕਰੇਗੀ। ਇਹ ਵੀ ਕਿ ਆਸ ਬੱਝੀ ਸੀਗੀ ਕਿ ਨਵੀਂ ਸਰਕਾਰ ਨਾਲ ਐਡਮਿਨਿਸਟ੍ਰੇਸ਼ਨ, ਮੈਂ ਤੁਹਾਨੂੰ ਜੇ ਤੁਸੀਂ ਮੇਰੇ ਕੋਲੋਂ ਹੋਰ ਗੱਲ ਪੁੱਛਣੀ ਹੋਵੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂਗਾ ਕਿ ਜਿਹੜੀ ਬਿਊਰੋਕ੍ਰੇਸੀ ਹੈ ਨਾ, ਬਿਊਰੋਕ੍ਰੇਸੀ, ਮੈਂ ਔਨ ਰਿਕਾਰਡ ਤੁਹਾਡੇ ਨਾਲ ਇਹ ਗੱਲ ਕਰ ਰਿਹਾ, ਜਦੋਂ ਪਹਿਲੀ ਟਰਮ ਵਿੱਚ ਮੁੱਖ ਮੰਤਰੀ ਸੀਗੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਇੱਕ ਖਾਸ ਮੰਤਰੀ ਨੇ ਮੈਨੂੰ ਇਹ ਗੱਲ ਦੱਸੀ ਕਿ ਕੈਪਟਨ ਸਾਹਿਬ ਕਹਿੰਦੇ ਨੇ ਕਿ ਯਾਰ ਟਰਮ ਤਾਂ ਨਿਕਲ ਗਈ ਪਰ ਹੁਣ ਸਮਝ ਆ ਗਈ ਕਿ ਬਿਊਰੋਕ੍ਰੇਸੀ ਤੋਂ ਕੰਮ ਕਿੱਦਾਂ ਲੈਣੇ ਨੇ। ਠੀਕ ਹੈ ਜੀ, ਜਾਣੀ ਕਿ ਪਹਿਲੀ ਟਰਮ ਵਿੱਚ ਟਰਮ ਪੂਰੀ ਕਰਕੇ ਸਮਝ ਆਈ ਕੈਪਟਨ ਸਾਹਿਬ ਨੂੰ ਕਿ ਬਿਊਰੋਕ੍ਰੇਸੀ ਤੋਂ ਕੰਮ ਕਿੱਦਾਂ ਲੈਣੇ ਨੇ ਹੈ ਜੀ। ਹੁਣ ਜਿਹੜੀਆਂ ਤਬਦੀਲੀਆਂ ਬਿਊਰੋਕ੍ਰੇਸੀ ਦੀਆਂ ਸਰਕਾਰ ਨੇ ਕੀਤੀਆਂ ਨੇ, ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਬਿਊਰੋਕ੍ਰੇਸੀ ਦੇ ਅੰਦਰ ਇੱਕ ਬਹੁਤ ਵੱਡਾ ਗਰੁੱਪ ਇਹ ਚਾਹੇਗਾ ਕਿ ਇਹ ਸਰਕਾਰ ਸਕਸੈਸਫੁਲੀ ਨਾ ਚੱਲੇ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਟਾਸਕ ਹੁੰਦਾ ਹੈ ਕਿ ਮੰਤਰੀਆਂ ਦੇ ਜਿਹੜੇ ਕੰਮ ਨੇ ਉਹ ਕਰਨੇ ਤਾਂ ਬਿਊਰੋਕ੍ਰੇਸੀ ਨੇ। ਸੋ ਮੈਂ ਕੀ ਕਹਿਣਾ ਚਾਹੁੰਦਾ ਕਿ 3 ਮਹੀਨੇ ਤਾਂ ਬਿਊਰੋਕ੍ਰੇਸੀ ਨੇ ਪੰਜਾਬ ਸਰਕਾਰ ਨੂੰ ਗਦੀ ਗੇੜ ਚ ਪਾ ਕੇ ਕੱਢ ਦੇਣੇ ਨੇ। ਇਸ ਕਰਕੇ ਤਾਂ ਹੋਰ ਵੀ ਜ਼ਰੂਰੀ ਸੀਗਾ ਕਿ ਦਫ਼ਤਰ ਵਿੱਚ ਬੈਠ ਕੇ ਮੰਤਰੀਆਂ ਦੀ ਕਾਰਗੁਜ਼ਾਰੀ ਤੇ ਨਿਗਾਹ ਰੱਖਦੇ ਹੋਏ ਕਿੱਦਾਂ ਬਿਊਰੋਕ੍ਰੇਸੀ ਕੋਲੋਂ ਇੱਕ ਟਾਈਮ ਬਾਉਂਡ ਤਰੀਕੇ ਨਾਲ ਕੰਮ ਕਰਵਾਉਣਾ, ਇਸ ਤਰੀਕੇ ਨਾਲ ਸਰਕਾਰ ਨੂੰ ਕੰਮ ਕਰਨਾ ਬਣਦਾ ਸੀ, ਜਿਹੜਾ ਕਿ ਨਹੀਂ ਹੋ ਰਿਹਾ ਜੀ। ਸੋ ਇਸ ਕਰਕੇ ਇਹਦੇ ਚ ਮੁੱਖ ਮੰਤਰੀ ਤਾਂ ਉਲਝ ਗਏ ਆਪਣੀ ਪਾਰਟੀ ਪ੍ਰਧਾਨ ਦੇ ਡਿਫਰੈਂਸਿਸ ਨਾਲ, ਕਿਹੜੇ ਬੰਦੇ ਕਿੱਥੋਂ ਲਾਉਣੇ ਨੇ। ਸੋ ਜਿਹੜੀਆਂ ਲੌਂਗ ਟਰਮ ਵਿਜ਼ਨ ਵਾਲੀਆਂ ਗੱਲਾਂ ਨੇ ਉਹ ਤਾਂ ਪਿੱਛੇ ਪੈ ਗਈਆਂ। ਸੋ ਮੈਂ ਕਹਿੰਦਾ ਵੀ ਅਸੀਂ ਤਾਂ ਆਪਟੀਮਿਸਟਿਕਲੀ ਗੱਲ ਕਰ ਰਹੇ ਹਾਂ, ਆਦਰਸ਼ ਤਰੀਕੇ ਨਾਲ ਗੱਲ ਕਰਦੇ ਹਾਂ ਕਿ ਜੇ ਮੈਂ ਤੁਹਾਨੂੰ ਸਵਾਲ ਪੁੱਛਾਂ ਬੜੇ ਸੌਖੇ ਤਰੀਕੇ ਨਾਲ ਕਿ ਇਹ ਜਿਹੜੀ ਚਿੱਠੀ ਲਿਖੀ ਗਈ, ਚਿੱਠੀ ਤੋਂ ਬਾਅਦ ਸਿਆਸੀ ਸਮੀਕਰਨ ਕੀ ਬਣਨਗੇ? ਨਵਜੋਤ ਸਿੰਘ ਸਿੱਧੂ ਦੇ ਸੰਦਰਭ ਦੇ ਵਿੱਚ, ਚਰਨਜੀਤ ਸਿੰਘ ਚੰਨੀ ਦੇ ਸੰਦਰਭ ਦੇ ਵਿੱਚ ਤੇ ਕਾਂਗਰਸ ਦੇ ਸੰਦਰਭ ਦੇ ਵਿੱਚ ਇਹ ਚਿੱਠੀ ਕੀ ਬਿਆਨ ਕਰਦੀ ਹੈ? ਕੀ ਸਿਆਸੀ ਸਮੀਕਰਨ ਬਣ ਜਾ ਰਹੇ ਸੀ? ਦੇਖੋ, ਜਿਸ ਕਿਸਮ ਦੀ ਕਾਲ, ਜਿਸ ਕਿਸਮ ਦੀ ਅਨਸਰਟਨਟੀ, ਜਿਸ ਕਿਸਮ ਦਾ ਡਿਸਟਰਸਟ ਨਵਜੋਤ ਸਿੰਘ ਦੀ ਇਸ ਚਿੱਠੀ ਚੋਂ ਨਿਕਲਦਾ ਹੈ, ਇਹ ਸਾਰੀਆਂ ਚੀਜ਼ਾਂ ਦਰਸਾਉਂਦਾ ਹੈ। ਕਾਲ ਹੈ, ਡਿਸਟਰਸਟ ਹੈ ਜੀ। ਤੇ ਇਸੇ ਕਰਕੇ ਇੰਨੇ ਥੋੜੇ ਸਮੇਂ ਵਿੱਚ ਸੈਂਟਰ ਹਾਈ ਕਮਾਂਡ ਨੂੰ ਚਿੱਠੀ ਲਿਖਣ ਦੀ ਲੋੜ ਪੈ ਗਈ, ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪੈ ਗਿਆ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸ਼ੋਅ ਕਰਦੀਆਂ ਨੇ, ਇਹ ਹੀ ਸ਼ੋਅ ਕਰਦੀਆਂ ਨੇ ਕਿ ਚੀਜ਼ਾਂ। ਦੂਜੀ ਚੀਜ਼, ਨਾ ਤਾਂ ਕਾਂਗਰਸ ਇੰਨੇ ਥੋੜੇ ਸਮੇਂ ਵਿੱਚ ਮੁੱਖ ਮੰਤਰੀ ਨੂੰ ਬਦਲ ਸਕਦੀ ਹੈ, ਰਾਦਰ ਮੈਂ ਤਾਂ ਇਹਦੇ ਉਲਟ ਕਹਾਂਗਾ। ਆਪਾਂ ਬਾਰ-ਬਾਰ ਇਹ ਗੱਲ ਕੀਤੀ ਹੈ ਕਿ ਚੰਨੀ ਨੂੰ ਇੱਕ ਸੋਚੀ ਸਮਝੀ ਸਕੀਮ ਤਹਿਤ ਮੁੱਖ ਮੰਤਰੀ ਬਣਾਇਆ ਗਿਆ।
ਜਿਹੜਾ ਮੁੱਖ ਮੰਤਰੀ ਬਣਾਇਆ ਗਿਆ ਉਹ ਰਾਜਨੀਤੀ ਕਾਂਗਰਸ ਦੀ ਨਾ ਸਿਰਫ ਪੰਜਾਬ ਦੇ ਕੰਟੈਕਸਟ ਵਿੱਚ ਹੈਗੀ ਆ, ਨੈਸ਼ਨਲ ਕੰਟੈਕਸਟ ਵਿੱਚ ਵੀ ਹੈਗੀ ਆ। ਹਾਂਜੀ, ਜਿਵੇਂ ਅੱਜ ਦੇ ਅਖਬਾਰ ਵਿੱਚ ਸੀਗੀ, ਜਿੱਥੇ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਚੰਨੀ ਨੂੰ ਦੱਸਿਆ ਗਿਆ ਕਿ ਤੁਸੀਂ ਮੁੱਖ ਮੰਤਰੀ ਬਣ ਜਾਓ, ਰੋਣ ਲੱਗ ਪਏ ਜੀ, ਜਿਹਦਾ ਇਹ ਕਹਿਣਾ ਸੀਗਾ ਕਿ ਇੱਕ ਸ਼ਡਿਊਲਡ ਕਾਸਟ ਦੀ ਬੈਕਗਰਾਉਂਡ ਵਾਲਾ ਵਿਅਕਤੀ ਇਹ ਸੋਚ ਵੀ ਨਹੀਂ ਸਕਦਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਬਣੇਗਾ, ਅਸੀਂ ਮੁੱਖ ਮੰਤਰੀ ਬਣਾ ਦਿੱਤਾ। ਸੋ ਜਿਹੜੀ ਇਸ ਤਬਦੀਲੀ ਤੇ ਜਿਹੜੀ ਸੈਂਟਰ ਹਾਈ ਕਮਾਂਡ ਮਾਣ ਕਰਦੀ ਹੈ, ਇਹਨੂੰ ਥੋੜੇ ਸਮੇਂ ਵਿੱਚ ਆਂਡਿਊ ਕਰੇ, ਇਹ ਤਾਂ ਹੋਣਾ ਨਹੀਂ। ਸੋ ਇਸ ਕਰਕੇ ਜੇ ਵਾਕਿਆ ਹੀ ਸਿੱਧੂ ਦੀ ਇਹ ਖਾਹਿਸ਼ ਸੀਗੀ ਕਿ ਗੱਲਾਂ ਸਫਰ ਕਰ ਰਹੀਆਂ ਨੇ, ਉਹਨਾਂ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ, ਤੇ ਫਿਰ ਉਹਨਾਂ ਨੂੰ ਸੀਐਮ ਨਾਲ ਤਾਲਮੇਲ ਕਰਕੇ, ਸੀਐਮ ਤੇ ਪ੍ਰਵੇਸ਼ ਕਰਕੇ ਇਸ ਪਾਸੇ ਕਦਮ ਚੁੱਕਣੇ ਚਾਹੀਦੇ ਸੀ ਜੀ। ਸੋ ਇਹ ਲੱਗਦਾ ਇਹ ਹੈ ਕਿ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਸ਼ਾਇਦ ਜਿਹੜੀ ਫਰਸਟ੍ਰੇਸ਼ਨ ਹੈ, ਚਾਹੇ ਉਹ ਜਾਤੀ ਹੋਵੇ ਚਾਹੇ ਉਹ ਸਰਵਜਨਕ ਜੀਵਨ ਵਾਲੀ ਹੋਵੇ, ਦੋਨੋਂ ਇਹ ਦਰਸਾਉਂਦੀਆਂ ਨੇ ਕਿ ਉਹ ਇਸ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈਗੇ, ਉਹਨਾਂ ਨੂੰ ਆਸ ਨਹੀਂ ਹੈਗੀ ਜੀ। ਸੋ ਇਹ ਜਿਹੜੀ ਉਹ ਤਾਂ ਮੈਨੂੰ ਤਾਂ ਇਹ ਲੱਗਦਾ ਹੈ ਕਿ ਤੁਸੀਂ ਇਹ ਕਹਿਣਾ, ਦੇਖੋ ਜੀ ਮੈਂ ਆਪਣੀ ਜ਼ਿੰਮੇਵਾਰੀ ਨਿਭਾਤੀ, ਆਹ ਦੇਖੋ ਜੀ ਮੈਂ ਤਾਂ ਹਫ਼ਤੇ 'ਚ ਅਸਤੀਫਾ ਵੀ ਦੇ ਦਿੱਤਾ ਸੀਗਾ ਇਹਨਾਂ ਮੁੱਦਿਆਂ, ਇਹਨਾਂ ਡਿਫੈਂਸ ਦੇ ਹੁੰਦਿਆਂ ਹੋਇਆਂ, ਤੇ ਮੈਂ ਤਾਂ ਇਹ ਗੱਲਾਂ ਸਮੇਂ ਸਿਰ ਕਾਂਗਰਸ ਹਾਈ ਕਮਾਂਡ ਦੇ ਧਿਆਨ ਵਿੱਚ ਵੀ ਰਹਿੰਦੀਆਂ ਸੀਗੀਆਂ। ਮੇਰਾ ਇਹੀ ਫਰਜ਼ ਬਣਦਾ ਸੀ, ਬੀਇੰਗ ਪਾਰਟੀ ਪ੍ਰਧਾਨ, ਮੇਰਾ ਇਹਦੇ 'ਚ ਕੋਈ ਕਸੂਰ ਨਹੀਂ ਹੈਗਾ ਹੈ ਜੀ। ਸੋ ਉਹਨਾਂ ਨੂੰ ਲੱਗਦਾ ਹੈ ਕਿ ਕਾਰਗੁਜ਼ਾਰੀ ਹੋਣੀ ਨਹੀਂ ਉਸ ਕਿਸਮ ਦੀ, ਤੇ ਮੈਂ ਸੁਰਖਰੂ ਹੋ ਜਾਵਾਂ, ਜਾਂ ਫਿਰ ਕੋਈ ਹੋਰ ਡਿਜ਼ਾਈਨ ਹੋਵੇ ਕਿ ਭਾਈ, ਜਿਹੜੀ ਆਪਾਂ 2-3 ਵਾਰ ਗੱਲ ਪਹਿਲਾਂ ਦੁਹਰਾ ਚੁੱਕੇ ਹਾਂ ਕਿ ਇਸ ਕਿਸਮ ਦੀ ਰਾਜਨੀਤੀ, ਵਡਮੁੱਲੀ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਦੀ ਥਾਂ ਇੱਥੇ ਨਹੀਂ ਹੈਗੀ, ਕਿਤੇ ਹੋਰ ਹੈਗੀ ਆ। ਸੋ ਇਹ ਤਾਂ ਆਉਣ ਵਾਲੇ ਦਿਨ ਹੀ ਦੱਸਣਗੇ, ਸਮਾਂ ਹੀ ਦੱਸੇਗਾ ਕਿ ਜਿਸ ਕਿਸਮ ਦੀ ਰਾਜਨੀਤੀ ਦੀ ਗੱਲ ਸਿੱਧੂ ਕਰਦਾ ਹੈ, ਉਹ ਕਾਂਗਰਸ ਦੇ ਅੰਦਰ ਪ੍ਰੈਕਟਾਈਜ਼ ਹੁੰਦੀ ਹੈ ਜੀ। ਉਹ ਉਸ ਲੈਵਲ ਤੇ, ਜਿਸ ਲੈਵਲ ਤੇ ਨਵਜੋਤ ਸਿੰਘ ਸਿੱਧੂ ਚਾਹੁੰਦਾ ਉਸ ਲੈਵਲ ਤੇ ਹੋਵੇ, ਮੈਨੂੰ ਉਹਦੀ ਆਸ ਨਹੀਂ ਹੈਗੀ। ਸੋ ਫਿਰ ਨਵਜੋਤ ਸਿੰਘ ਸਿੱਧੂ ਦੀ ਡਿਸਸੈਟੀਸਫੈਕਸ਼ਨ ਕਿੱਥੇ ਲੈ ਕੇ ਜਾਏਗੀ? ਉਸ ਡਿਸਸੈਟੀਸਫੈਕਸ਼ਨ ਦੇ ਬਾਵਜੂਦ ਵੀ ਉਹ ਕਾਂਗਰਸ ਦੇ ਨਾਲ ਬਣੇ ਰਹਿੰਦੇ ਨੇ, ਜਾਂ ਫਿਰ ਆਪਣਾ ਕੋਈ ਹੋਰ ਰਾਹ ਅਖਤਿਆਰ ਕਰਦੇ ਨੇ। ਇਹ ਸਾਰੀਆਂ ਸੰਭਾਵਨਾਵਾਂ ਮੇਰੇ ਮੁਤਾਬਕ ਜਿੰਦਾ ਨੇ। ਰਾਜਨੀਤੀ ਵਿੱਚ ਇਸ ਕਿਸਮ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤਾਂ ਸਨ ਡਾਕਟਰ ਕੁਲਦੀਪ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਅਹਿਮ ਤੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਪੂਰੀ ਖਬਰ ਦੇ ਉੱਪਰ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਕੀਮਤੀ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।